ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਹੈਗੇ ਘਰਾਂ 'ਚ ਰੇਡੀਓ ਸੈਟਸ 'ਤੇ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਆ ਨਵੰਬਰ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਬਿਲਕੁਲ ਸਰੋਤਿਓ, ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਚੱਲ ਰਿਹਾ ਹੈ ਉਸ ਦੇ ਬਾਰੇ ਜਾਣਕਾਰੀਆਂ ਦੇਵਾਂਗੇ ਅਤੇ ਨਾਲ ਹੀ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਉੱਤੇ ਨਜ਼ਰ ਬਣਾਵਾਂਗੇ। ਅਤੇ ਆਓ ਪ੍ਰੋਗਰਾਮ ਨੂੰ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਵਾਮਾਖੇਰ ਦੀਆਂ ਐਪਲੀਕੇਸ਼ਨਜ਼ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂਰ ਟਰੱਕਿੰਗ ਅਤੇ ਕੁਲਤਾਰ ਬੀਸਲਾ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਰੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਾਣਿਆਂ ਦੀ ਕਪੈਸਿਟੀ ਦੀਆਂ ਪਾਰਟੀਜ਼ ਤੁਸੀਂ ਇਹਨਾਂ ਦੇ 3 ਹਾਲ 'ਚ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ। ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਵੀ ਆਪਣੀ ਪਾਰਟੀ ਨੂੰ ਬੁੱਕ ਕਰਨ ਦੇ ਲਈ ਕਾਲ ਕਰੋ ਕਮਲ ਹੁਣਾਂ ਨੂੰ 7074747003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ। US ਦੇ 3 ਸਰਵਿਸਮੈਨ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ ਅਫਗਾਨਿਸਤਾਨ ਦੇ ਵਿੱਚ। ਗਜ਼ਨੀ ਅਫਗਾਨਿਸਤਾਨ ਦੇ ਵਿੱਚ ਇੱਕ ਐਕਸਪਲੋਸਿਵ ਡਿਵਾਈਸ ਜਿਹੜੀ ਆ ਉਹ ਫਟ ਗਈ, ਜਿਹਦੇ ਕਰਕੇ 3 US ਦੇ ਫੌਜੀ ਜਿਹੜੇ ਆ ਉਹ ਮਾਰੇ ਗਏ ਅਤੇ ਇੱਕ ਅਮਰੀਕਨ ਕੰਟਰੈਕਟਰ ਆ ਇਸ ਬਲਾਸਟ ਦੇ ਵਿੱਚ ਮਾਰਿਆ ਗਿਆ। ਅਤੇ ਤਾਲੀਬਾਨ ਨੇ ਇਸ ਦੀ ਆਲਰੇਡੀ ਜਿਹੜੀ ਆ ਰਿਸਪੋਂਸੀਬਿਲਿਟੀ ਲੈ ਲਈ ਆ ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੈਂਕ ਦੇ ਵਿੱਚ ਉਹ ਸੀਗੇ, ਉਹ ਟੈਂਕ ਜਿਹੜਾ ਆ ਪੂਰੀ ਤਰ੍ਹਾਂ ਤਬਾਹ ਹੋ ਗਿਆ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਇੱਕ ਰੀਸੈਂਟਲੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਅਫਗਾਨਿਸਤਾਨ ਦੀ ਜਿਹੜੀ ਗਵਰਨਮੈਂਟ ਆ, ਜਿਹੜੇ ਇੱਥੇ ਜਿਸ ਡਿਸਟ੍ਰਿਕਟ ਦੇ ਵਿੱਚ ਇਹ ਹੋਇਆ ਗਜ਼ਨੀ ਦੇ ਵਿੱਚ, ਉਹ ਸਿਰਫ ਹੁਣ 56% ਕੰਟਰੋਲ ਕਰਦੀ ਆ। ਇਹ ਡਾਊਨ ਹੋਇਆ। ਪਹਿਲਾਂ 72% ਗਵਰਨਮੈਂਟ ਇਸ ਡਿਸਟ੍ਰਿਕਟ ਦੇ ਵਿੱਚ ਜੋ ਵੀ ਹੈਗਾ ਆ ਉਹਨੂੰ ਕੰਟਰੋਲ ਕਰਦੀ ਸੀ। ਸੋ ਇਹਦਾ ਮਤਲਬ ਜਿਹੜੇ ਇਨਸਰਜੈਂਟਸ ਆ ਉਹ 12.5% ਹੋਰ ਆਪਣੇ ਹੱਥ ਦੇ ਵਿੱਚ ਇਸ ਡਿਸਟ੍ਰਿਕਟ ਨੂੰ ਲੈ ਗਏ ਹੈਗੇ ਆ। ਬਿਲਕੁਲ ਜੀ। ਸੋ ਤਾਲੀਬਾਨ ਵਾਲੇ ਮੁੜ ਕੇ ਉੱਥੇ ਜਿਹੜੇ ਪਨਪ ਰਹੇ ਨੇ, ਅਤੇ ਇਕੱਲਾ ਪਨਪ ਹੀ ਨਹੀਂ ਰਹੇ, ਕਾਮਯਾਬੀਆਂ ਵੀ ਉਹਨਾਂ ਨੂੰ ਜਿਹੜੀਆਂ ਉੱਥੇ ਮਿਲ ਰਹੀਆਂ ਆ। ਸੋ ਇਸ ਸਾਲ ਦੇ ਵਿੱਚ ਅਮਰੀਕਾ ਦੇ 12 ਫੌਜੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਆ ਕੰਬੈਟ ਦੇ ਵਿੱਚ ਉਹਨਾਂ ਦੀਆਂ ਜਾਨਾਂ ਜਿਹੜੀਆਂ ਹੋ ਗਈਆਂ ਨੇ। ਸੋ ਕਾਫੀ ਮਾਰੂ ਸਾਲ ਜਿਹੜਾ ਆ ਉਹ ਅਮਰੀਕਾ ਦੇ ਫੌਜੀਆਂ ਦੇ ਲਈ ਜਿਹੜਾ ਆ ਉਹ ਮੰਨਿਆ ਜਾ ਰਿਹਾ ਆ। ਸੋ ਇਹ ਕਹਿੰਦੇ 2017 ਜੂਨ 2017 ਤੋਂ ਬਾਅਦ ਇਹ ਵਨ ਆਫ ਦਾ ਡੈਡਲੀਐਸਟ ਅਟੈਕ ਜਿਹੜਾ ਆ ਉੱਥੇ ਮੰਨਿਆ ਜਾ ਰਿਹਾ ਆ। ਸੋ ਵੈਸੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਦੋਂ ਬੁਸ਼ ਹੁਣਾਂ ਦੇ ਵੇਲੇ ਤੋਂ, ਜਦੋਂ ਤੋਂ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜੀ ਜਿਹੜੇ ਆ ਉੱਥੇ ਤੈਨਾਤ ਨੇ, ਕਈਆਂ ਦੇ ਕਈ ਟੂਰਸ ਜਿਹੜੇ ਉੱਥੇ ਹੋ ਚੁੱਕੇ ਨੇ। ਉਸ ਦੇ ਵਿੱਚ ਕਈ ਹਜ਼ਾਰ ਜਿਹੜੇ ਫੌਜੀ ਆਲਰੇਡੀ ਆ ਉਹ ਜਿਹੜੇ ਉਹਨਾਂ ਦੀਆਂ ਉਹ ਆਪਣੀ ਜਾਨ ਜਿਹੜੀ ਇੱਥੇ ਗਵਾ ਚੁੱਕੇ ਹੋਏ ਨੇ। ਅਮਰੀਕਾ ਇੱਕ ਟਾਈਮ ਦੇ ਉੱਤੇ ਤਾਂ ਪਹਿਲੋਂ ਕਹਿੰਦੇ ਸੀਗੇ ਵੀ ਨਹੀਂ ਜੀ ਜ਼ਰੂਰੀ ਆ ਉੱਥੇ ਜਾਣਾ, ਪਰ ਹੁਣ ਬਹੁਤੇ ਲੋਕ ਇਸ ਚੀਜ਼ ਦੇ ਜਿਹੜੇ ਹੱਕ ਦੇ ਵਿੱਚ ਉਹ ਨਹੀਂ ਵੀ ਹੈਗੇ। ਉਹ ਕਹਿੰਦੇ ਨੇ ਵੀ ਉੱਥੋਂ ਵਾਪਸ ਆ ਜਾਣਾ ਚਾਹੀਦਾ ਆ। ਸਾਬਕਾ ਜਿਹੜੇ ਰਾਸ਼ਟਰਪਤੀ ਆ ਉਹ ਵੀ ਆਪਣੇ 8 ਸਾਲਾਂ 'ਚ ਇਹੀ ਕਹਿੰਦੇ ਰਹੇ। ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਵੀ ਜਿਹੜੇ ਆ ਉਹ ਪਹਿਲੋਂ ਕਹਿੰਦੇ ਸੀਗੇ, ਪਰ ਇਨਫੈਕਟ ਹੁਣ ਉਹਨਾਂ ਨੇ ਉੱਥੇ ਫੌਜ ਦੀ ਤੈਨਾਤੀ ਨੂੰ ਥੋੜ੍ਹਾ ਇਨਫੈਕਟ ਵਧਾਇਆ ਵੀ ਹੈਗਾ ਆ। ਸੋ ਦੇਖਦੇ ਹਾਂ ਵੀ ਹੋਰ ਕਿੰਨੇ ਵਰ੍ਹੇ, ਹੋਰ ਕਿੰਨੇ ਸਾਲ ਜਿਹੜੇ ਆ ਅਮਰੀਕੀ ਫੌਜੀ ਜਿਹੜੇ ਆ ਉਹ ਅਫਗਾਨਿਸਤਾਨ ਦੇ ਵਿੱਚ ਕੱਢਣਗੇ। ਅਤੇ ਜਿੱਦਾਂ ਤੁਸੀਂ ਇਹ ਆંકੜੇ ਦੱਸ ਹੀ ਰਹੇ ਹੋ ਵੀ ਹਰ ਇੱਕ ਪ੍ਰੋਵਿੰਸ ਦੇ ਵਿੱਚ, ਹਰ ਇੱਕ ਰਾਜ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲੀਬਾਨ ਵਾਲੇ ਆ ਮੁੜ ਕਾਬਜ਼ ਜਿਹੜੇ ਆ ਉਹ ਹੁੰਦੇ ਜਾ ਰਹੇ ਆ ਜੀ।
ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ, ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕਰ ਰਹੇ ਹਾਂ US ਮੈਕਸੀਕੋ ਬਾਰਡਰ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਬੜੀ ਟੈਂਸ ਬਣੀ ਹੋਈ ਹੈਗੀ ਆ। ਜਿਹੜੇ ਕੈਰਾਵੇਨ ਦੇ ਵਿੱਚ 5000 ਦੇ ਲੋਕ ਆਲਰੇਡੀ ਕਰੀਬ ਜਿਹੜੇ ਹੈਗੇ ਆ ਪਹੁੰਚ ਗਏ ਆ ਤਿਵਾਨਾ ਦੇ ਵਿੱਚ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਟਰਾਈ ਵੀ ਕੀਤੀ ਸੀ ਬਾਰਡਰ ਕ੍ਰਾਸ ਕਰਨ ਦੀ, ਅਤੇ ਉੱਥੇ ਕਾਫੀ ਝੜਪਾਂ ਹੋਈਆਂ। ਜਿਹੜੇ ਕੈਰਾਵੈਨ ਦੇ ਕੁਛ ਲੋਕ ਸੀ ਉਹਨਾਂ ਨੇ ਪੱਥਰ ਸਿੱਟੇ ਇੱਧਰ ਜਿਹੜੇ ਬਾਰਡਰ ਪੈਟਰੋਲ ਏਜੰਟਸ ਉਹਨਾਂ ਵੱਲ, ਅਤੇ ਇਹਨਾਂ ਨੇ ਜਿਹੜੀ ਆ ਟੀਅਰ ਗੈਸ ਜਿਹੜੀ ਛੱਡੀ, ਅਤੇ ਇਸ ਕਰਕੇ ਜਿਹੜਾ ਆ ਪੂਰੇ ਸੰਡੇ ਨੂੰ ਇੱਕ ਦਿਨ ਜਿਹੜਾ ਆ US ਦਾ ਬਾਰਡਰ ਜਿਹੜਾ ਆ ਸੈਨ ਇਸਡਰੋ ਲੈਂਡ ਪੋਰਟ ਐਂਟਰੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ। ਸੋ ਇਹ ਬਹੁਤ ਹੀ ਵੱਡਾ ਬਾਰਡਰ ਐਂਟਰੀ ਹੈਗਾ, ਜਿਹਦੇ 'ਤੇ 70,000 ਦੇ ਕਰੀਬ ਜਿਹੜੇ ਲੋਕ ਕਾਰਾਂ ਆ ਕ੍ਰਾਸ ਹੁੰਦੀਆਂ ਆ ਐਵਰੀ ਡੇ, ਅਤੇ 20,000 ਲੋਕ ਔਨ ਫੁੱਟ ਕ੍ਰਾਸ ਕਰਦੇ ਆ। ਅਤੇ ਐਵਰੇਜ ਕਹਿੰਦੇ ਜੇ ਦੱਸਿਆ ਜਾਵੇ 90,000 ਦੇ ਕਰੀਬ ਜਿਹੜੇ ਲੋਕ ਕ੍ਰਾਸ ਕਰਦੇ ਇਸ ਬਾਰਡਰ ਤੋਂ, ਅਤੇ ਸਿਰਫ ਇੱਕ ਦਿਨ ਲਈ ਇਹ ਬੰਦ ਕੀਤਾ ਗਿਆ ਸੀ ਕੁਛ ਘੰਟਿਆਂ ਦੇ ਲਈ। ਉਹਦੇ ਨਾਲ ਜਿਹੜਾ ਟ੍ਰੈਫਿਕ ਆ ਉਹਦੀ ਬੜੀ ਬੁਰੀ ਸਿਚੁਏਸ਼ਨ ਬਣੀ। ਅਤੇ ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਉਹਨਾਂ ਦਾ ਵੀ ਇਹ ਕੁਐਸਚਨ ਹੁੰਦਾ ਹੈ ਵੀ ਕੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇਸ ਬਾਰਡਰ ਨੂੰ ਬੰਦ ਕਰ ਸਕਦੇ ਆ। ਉਹ ਕਹਿੰਦੇ ਯੈਸ, ਬਿਲਕੁਲ ਜਿਹੜੇ ਆ ਜਿਹੜਾ ਇਹ ਬਾਰਡਰ ਆ ਪ੍ਰੈਜ਼ੀਡੈਂਟ ਟਰੰਪ ਉਸ ਨੂੰ ਬੰਦ ਕਰ ਸਕਦੇ ਹੈਗੇ ਆ। ਪਰ 1800 ਮੀਲ 1900 ਮੀਲ ਲੰਬਾ ਹੈਗਾ ਆ, ਅਤੇ ਸਟਿਲ ਉਹਨੂੰ ਕਹਿੰਦੇ ਵਾਚ ਕਰਨਾ ਜਿਹੜਾ ਆ ਕਾਫੀ ਔਖਾ ਹੈਗਾ ਆ। ਅਤੇ 5000 ਦੇ ਕਰੀਬ ਮੈਂ ਆਲਰੇਡੀ ਦੱਸ ਚੁੱਕਾ ਹਾਂ ਕੈਰਾਵੇਨ ਦੇ ਜਿਹੜੇ ਮੈਂਬਰ ਆ ਉਹ ਆਲਰੇਡੀ ਪਹੁੰਚ ਚੁੱਕੇ ਆ। 3000 ਦੇ ਮੀਲ ਜਿਹੜੇ ਆ ਉਹ ਤੁਰ ਕੇ ਆਏ ਆ, ਉਹਨਾਂ 'ਚ ਬੱਚੇ ਬਹੁਤ ਹੈਗੇ ਆ, ਲੇਡੀਜ਼ ਬਹੁਤ ਜ਼ਿਆਦਾ ਆ, ਬਜ਼ੁਰਗ ਵੀ ਆ, ਜਵਾਨ ਵੀ ਹੈਗੇ ਆ। ਕੁਛ ਲੋਕ ਜਿਹੜੇ ਆ ਡਿਪੋਰਟ ਕੀਤੇ ਗਏ ਹੈਗੇ ਆ US ਵੱਲੋਂ। 500 ਤੋਂ ਵੱਧ ਜਿਹੜੇ ਲੋਕ ਆ ਉਹ ਮੈਕਸੀਕੋ ਵੱਲੋਂ ਡਿਪੋਰਟ ਕੀਤੇ ਗਏ ਆ। ਸੋ ਸਿਚੁਏਸ਼ਨ ਜਿਹੜੀ ਆ ਪੂਰੀ ਤਰ੍ਹਾਂ ਜਿਹੜਾ ਬਾਰਡਰ ਆ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਸੀਲ ਵਾਲਾ ਜਿਹੜਾ ਉੱਥੇ ਮਾਹੌਲ ਬਣਿਆ ਹੋਇਆ ਹੈਗਾ। ਸੋ ਇਹ ਵੀ ਆਪਾਂ ਕਹਿਣਾ ਚਾਹੁੰਦੇ, ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਵੀ ਆਉਂਦੇ ਆ, ਭਈ ਉਹਨਾਂ ਨੂੰ ਦੇਖਣਾ ਚਾਹੀਦਾ ਆ ਕਿਤੇ ਐਵੇਂ ਆਪਣੇ ਪੈਸੇ ਖਰਾਬ ਨਾ ਕਰੋ ਏਜੰਟਾਂ ਨੂੰ ਦੇ ਕੇ, ਅਤੇ ਫਿਰ ਤੁਸੀਂ ਬਾਰਡਰ 'ਤੇ ਫਸ ਜਾਓ। ਅਤੇ ਅੱਗੇ ਆ ਕੇ ਜਿਹੜੇ ਆ ਪੋਲੀਟੀਕਲ ਅਸਾਈਲਮ ਦੇ ਜਿਹੜੇ ਰੂਲ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਹੇ ਆ। ਪਹਿਲਾਂ ਕਾਫੀ ਰੌਲਾ ਪਿਆ ਸੀ, ਦੇਖੋ ਜੀ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਕੋਈ ਬੰਦੇ ਆਉਂਦੇ ਆ ਪੋਲੀਟੀਕਲ ਅਸਾਈਲਮ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਫੋਰਸ ਨਹੀਂ ਯੂਜ਼ ਕੀਤੀ ਜਾ ਸਕਦੀ, ਪਰ US ਨੇ ਦੇਖੋ ਯੂਜ਼ ਕੀਤੀ ਹੈਗੀ ਆ। ਹੈਲੀਕਾਪਟਰਸ ਵੀ ਮੈਂ ਦੇਖਿਆ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਘੁੰਮ ਰਹੇ ਹੈਗੇ ਆ। ਜੀ ਬਿਲਕੁਲ। ਸੋ ਕਾਫੀ ਜਿਹੜਾ ਸਟ੍ਰਿਕਟਨੈਸ ਜਿਹੜੀ ਆ ਉਹ ਉੱਥੇ ਦਿਖਾਈ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਵੀ ਇਸ ਦੇ ਪ੍ਰਤੀ ਇਹੀ ਕਿਹਾ ਸੀਗਾ ਵੀ ਜਿਹੜੇ ਮੈਕਸੀਕੋ ਦੇ ਇਸ ਕਾਰਵਾਂ ਦੇ ਵਿੱਚ ਮੈਕਸੀਕੋ ਰਾਹੀਂ ਜਿਹੜੇ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਵਿੱਚ ਕਈ ਕ੍ਰਿਮੀਨਲਸ ਨੇ। ਸੋ ਉਸੇ ਚੀਜ਼ ਨੂੰ ਮੁੜ ਦੁਹਰਾਇਆ ਆ। ਜਿਹੜੇ ਕਾਉਂਸਲਰ ਹੈਗੇ ਨੇ ਰਾਸ਼ਟਰਪਤੀ ਨੂੰ ਕੈਲੀਐਨ ਕੌਨਵੇ, ਉਹਨਾਂ ਨੇ ਮੁੜ ਕੇ ਇਸੇ ਚੀਜ਼ ਨੂੰ ਦੁਹਰਾਇਆ ਆ। ਜਿਹੜੇ ਪੱਥਰਬਾਜੀ ਜਿਹੜੀ ਉੱਥੇ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦੀ ਇਹ ਜਿਹੜੀ ਚੇਤਾਵਨੀ ਦਿੱਤੀ ਗਈ ਸੀ, ਵਾਰਨਿੰਗ ਦਿੱਤੀ ਗਈ ਸੀ, ਉਹ ਸਹੀ ਸਾਬਤ ਹੋਈ ਆ। ਅਤੇ ਜੇ ਤੁਸੀਂ ਦੇਖੋ ਵੀ US ਲਾਅ ਇਨਫੋਰਸਮੈਂਟ ਅਫਸਰ ਜਿਹੜੇ ਆ ਬੜੇ ਸੀਰੀਅਸਲੀ ਜਿਹੜੇ ਆ ਉੱਥੇ ਇੰਜਰਡ ਹੋਏ ਨੇ, ਜਿਹੜੇ ਮਾਈਗਰੈਂਟਸ ਅਮਰੀਕਾ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਕੈਲੀਫੋਰਨੀਆ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉੱਧਰ ਕਰ ਰਹੇ ਆ। ਸੋ ਇਸ ਦੇ ਬਾਰੇ ਜਿਹੜੇ ਪਹਿਲੋਂ ਜਿਹੜੇ ਅਜੇ ਤਾਂ ਹੈਗੇ ਨੇ ਸੈਕਟਰੀ ਨੀਲਸਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉੱਦਾਂ ਉਹਨਾਂ ਨੇ ਇਹ ਅਹੁਦੇ ਨੂੰ ਜਿਹੜਾ ਛੱਡ ਜਾਣਾ ਜਲਦੀ ਹੋਈ। ਉਹਨਾਂ ਨੇ ਵੀ ਇਸ ਦੇ ਪਹਿਲੋਂ ਪ੍ਰਤੀ ਜਿਹੜਾ ਉਹ ਕਿਹਾ ਸੀਗਾ ਵੀ ਇਸ ਇਲਾਕੇ ਇਸ ਜਿਹੜੇ ਕਾਰਵਾਂ ਦੇ ਵਿੱਚ ਤਕਰੀਬਨ ਕਹਿੰਦੇ ਅਸੀਂ 500 ਬੰਦਿਆਂ ਦੀ ਜਿਹੜੀ ਸ਼ਨਾਖਤ ਜਿਹੜੀ ਆ ਕੀਤੀ ਆ, ਵੀ ਜਿਹੜੇ ਇਹ ਉਹ ਲੋਕ ਨੇ ਜਿਨ੍ਹਾਂ ਉੱਤੇ ਕੁਛ ਨਾ ਕੁਛ ਜਿਹੜੇ ਕ੍ਰਿਮੀਨਲ ਰੈਕਡ ਹੈਗੇ ਨੇ। 2018 ਦੇ ਵਿੱਚ ਹਰਜੋਤ ਸਿੰਘ ਜੀ ਹੁਣ ਤੱਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੇ ਵਿੱਚ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ 3,96,579 ਜਿਹੜੇ ਅਨਡਾਕੂਮੈਂਟਡ ਜਿਹੜੇ ਬਾਰਡਰ ਕ੍ਰਾਸਰਸ ਆ ਉਹਨਾਂ ਨੂੰ ਫੜਿਆ ਆ, ਜਿਨ੍ਹਾਂ ਵਿੱਚੋਂ 4.4% ਲੋਕ ਜਿਹੜੇ ਆ ਉਹ ਕ੍ਰਿਮੀਨਲ ਸੀ, ਅਤੇ ਜਿਨ੍ਹਾਂ ਵਿੱਚੋਂ 0.3 ਜਿਹੜੇ ਉਹ ਗੈਂਗ ਮੈਂਬਰ, ਅਤੇ 0.8 ਜਿਹੜੇ ਸਪੈਸ਼ਲ ਇੰਟਰਸਟ ਏਲੀਅਨਸ ਦੇ ਵਜੋਂ ਜਿਹੜੇ ਆ ਉਹ ਦੇਖੇ ਗਏ ਆ। ਸੋ ਇਹ ਜੇ ਦੇਖੋ ਚਾਹੇ ਇਹਦੇ ਵਿੱਚ ਪਰਸੈਂਟੇਜ ਘੱਟ ਵੀ ਆ, ਪਰ ਜਿਹੜੇ ਇੱਕ ਪ੍ਰਸ਼ਾਸਨ ਹੁੰਦਾ ਆ ਉਹਨਾਂ ਦੇ ਕੋਲ ਉਹ ਮੌਕਾ ਹੁੰਦਾ ਆ ਇਹ ਸਾਰੀ ਚੀਜ਼ ਨੂੰ ਵਧਾ ਚੜ੍ਹਾ ਕੇ ਵੀ ਦੱਸਣ ਦਾ, ਤਾਂ ਜੋ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਹਿਮ ਵੀ ਜਿਹੜਾ ਉਹ ਵਧਾਇਆ ਜਾਵੇ, ਇਹਨਾਂ ਦੇ ਪ੍ਰਤੀ ਜਿਹੜਾ ਡਰ ਆ ਉਹ ਵੀ ਜਿਹੜਾ ਉਹ ਵਧਾਇਆ ਜਾਵੇ। ਚਾਹੇ ਬਹੁਤੇ ਲੋਕ ਉਹ ਹੋਣ ਜਿਹੜੇ ਉੱਥੇ ਦੀਆਂ ਮਾੜੇ ਹਾਲਾਤਾਂ ਨੂੰ ਛੱਡ ਕੇ ਨਵੀਂ ਜ਼ਿੰਦਗੀ ਦੀ ਆਸ ਦੇ ਵਿੱਚ ਅਮਰੀਕਾ ਵੱਲ ਨੂੰ ਵੱਧ ਰਹੇ ਨੇ,
ਪਰ ਆਪਾਂ ਜੇ ਦੱਸ ਜਾਈਏ ਵੀ ਸਾਬਕਾ ਅਟਾਰਨੀ ਜਨਰਲ ਜੈਫ ਸੈਸ਼ਨ ਉਹਨਾਂ ਨੇ ਵੀ ਜਿਹੜੀ ਅਸਾਈਲਮ ਦੀ ਪਾਲਿਸੀ ਦੇ ਵਿੱਚ ਬੜੀ ਸਖਤੀ ਜਿਹੜੀ ਉਹ ਕਰਕੇ ਗਏ ਸੀ। ਉਹਨਾਂ ਨੇ 80,000 ਤੋਂ 50,000 ਤੱਕ 40,000 ਤੱਕ ਘਟਾ ਦਿੱਤੀ ਸੀ 60 ਸਾਲ ਦੀ ਜੀ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਕੋਈ ਗੈਂਗ ਵਾਇਲੈਂਸ ਦਾ ਸ਼ਿਕਾਰ ਆ, ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ, ਉਹ ਆਟੋਮੈਟਿਕਲੀ ਉਹ ਅਸਾਈਲਮ ਦੇ ਲਈ ਕਾਬਲ ਨਹੀਂ ਹੈਗਾ। ਸੋ ਸਿਰਫ ਤੇ ਸਿਰਫ ਜੇ ਕਿਸੇ ਨੂੰ ਵਾਕਿਆ ਹੀ ਪੋਲੀਟੀਕਲੀ ਉੱਥੇ ਕੋਈ ਜਾਨ ਨੂੰ ਖਤਰਾ ਆ, ਸਿਰਫ ਅਸੀਂ ਉਹਨਾਂ ਨੂੰ ਦੇਵਾਂਗੇ। ਰਾਸ਼ਟਰਪਤੀ ਟਰੰਪ ਨੇ ਬਾਰ-ਬਾਰ ਇਸ ਦੇ ਪ੍ਰਤੀ ਆਖਿਆ ਆ ਵੀ ਜਿਹੜੇ ਲਿਖੇ ਲਿਖਾਏ ਜਿਹੜੇ ਵਕੀਲਾਂ ਦੇ ਸਟੇਟਮੈਂਟਸ ਆ ਉਹ ਆ ਕੇ ਉੱਥੇ ਪੜ੍ਹ ਦਿੰਦੇ ਆ ਜੱਜ ਦੇ ਮੂਹਰੇ, ਤਾਂ ਉਹਨਾਂ ਨੂੰ ਜਿਹੜੇ ਅਸਾਈਲਮ ਦੇ ਲਈ ਜਾਂ ਵਰਕ ਪਰਮਿਟ ਜਾਂ ਕੁਛ ਨਾ ਕੁਛ ਮਿਲ ਜਾਂਦਾ ਆ। ਕਹਿੰਦੇ ਵੀ ਅਸੀਂ ਹੁਣ ਸਿਸਟਮ ਇੱਦਾਂ ਦਾ ਬਣਾਉਣਾ ਆ ਵੀ ਜਿਹੜਾ ਹੀ ਉੱਥੇ ਆਇਆ ਆ ਪੋਰਟ ਆਫ ਐਂਟਰੀ 'ਤੇ, ਜੇ ਉਹ ਅਸਾਈਲਮ ਦੀ ਮੰਗ ਕਰੂਗਾ ਤਾਂ ਉਹਨੂੰ ਜਲਦ ਹੀ ਉੱਥੇ ਹੀ ਡਿਟੇਨ ਕਰਕੇ ਰੱਖ ਕੇ ਉੱਥੇ ਹੀ ਜਿਹੜਾ ਆ ਉਹਨੂੰ ਜੱਜ ਦੇ ਮੂਹਰੇ ਪੇਸ਼ ਕੀਤਾ ਜਾਊਗਾ। ਫਿਰ ਕਹਿੰਦੇ ਦੇਖਦੇ ਆ ਵੀ ਕਿਹੜੀਆਂ ਕਹਾਣੀਆਂ ਜਿਹੜੀਆਂ ਆ ਉਹ ਸੁਣਾਉਂਦੇ ਨੇ। ਸੋ ਉਹਨਾਂ ਨੇ ਕਿਹਾ ਵੀ ਟੋਟਲ ਇਹ ਜਿਹੜਾ ਇੱਕ ਸਕੈਮ ਵੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਚੱਲ ਰਿਹਾ। ਸੋ ਸਖਤੀ ਕਰਨ ਦੀ ਜਿਹੜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ, ਪਰ ਕਈ ਜਿਹੜੀ ਹੁਣ ਦੇਖੋ ਅਸਾਈਲਮ ਦੀ ਜਦੋਂ ਇਹਨਾਂ ਨੇ ਟਰਾਈ ਕੀਤੀ ਸੀ ਵੀ ਇੱਦਾਂ ਅਸੀਂ ਦੇਣਾ ਨਹੀਂ ਕਿਸੇ ਨੂੰ ਵੀ ਜਾਂ ਜਿਹੜਾ ਉਹ ਕੁਛ ਕਰਨਾ ਹੈ, ਅਤੇ ਉਸ ਦੇ ਉੱਤੇ ਇੱਕ ਫੈਡਰਲ ਜੱਜ ਨੇ ਰੋਕ ਤਾਂ ਜਿਹੜੀ ਉਹ ਲਾ ਦਿੱਤੀ ਸੀ। ਉਹ ਜਿਹੜੀ ਮੇ ਵੀ ਉਚਲੀ ਅਦਾਲਤ ਦੇ ਵਿੱਚ ਜਿਹੜੀ ਉਹ ਜਾ ਕੇ ਉਹ ਕੇਸ ਦੀ ਜਿਹੜੀ ਸੁਣਵਾਈ ਹੋਊਗੀ ਕੀ ਹੋਊਗਾ। ਪਰ ਇੱਥੋਂ ਇਹ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ 100% 100% ਕਲੀਅਰ ਆ ਵੀ ਰਾਸ਼ਟਰਪਤੀ ਟਰੰਪ ਤੇ ਟਰੰਪ ਪ੍ਰਸ਼ਾਸਨ ਜਿਹੜਾ ਸਖਤੀ ਜਿਹੜੀ ਆ ਇਮੀਗ੍ਰੇਸ਼ਨ ਦੇ ਵਿੱਚ ਲਿਆਉਣਾ ਹੀ ਚਾਹੁੰਦਾ ਆ, ਉਹ ਵੱਧ ਤੋਂ ਵੱਧ ਸਖਤੀ ਜਿਹੜੀ ਆ ਉਹ ਚਾਹੁੰਦੇ ਨੇ। ਸੋ ਬਿਲਕੁਲ ਜਿਹੜੀ ਕੈਚ ਤੇ ਰਿਲੀਜ਼ ਪਾਲਿਸੀ ਹੈ ਇਹ ਬਹੁਤ ਜਲਦ ਜਿਹੜੀ ਹੈ ਖਤਮ ਹੋਣ ਜਾ ਰਹੀ ਹੈ। ਕੈਚ ਐਂਡ ਰਿਲੀਜ਼ ਪਾਲਿਸੀ ਇਹ ਸੀ ਵੀ ਜਦੋਂ ਤੁਸੀਂ ਫੜ ਹੋ ਜਾਂਦੇ ਆ ਅਤੇ ਤੁਸੀਂ ਕਹਿੰਦੇ ਜੀ ਮੈਂ ਤਾਂ ਪੋਲੀਟੀਕਲ ਅਸਾਈਲਮ ਲੈਣਾ ਆ, ਅਤੇ ਉਹ ਫਿਰ ਤੁਹਾਨੂੰ ਜੇਲ੍ਹ 'ਚ ਪਾ ਜਾਂਦੇ, ਤੁਸੀਂ ਬੇਲ ਲੈ ਕੇ ਬਾਹਰ ਛੁੱਟ ਕੇ ਆ ਜਾਂਦੇ ਆ, ਅਤੇ ਤੁਹਾਨੂੰ ਵਰਕ ਪਰਮਿਟ ਵੀ ਆ ਜਾਂਦਾ, ਅਤੇ ਮੁੜ ਕੇ ਤੁਹਾਡਾ 4-5 ਸਾਲਾਂ ਬਾਅਦ ਡੇਟ ਪੈਂਦੀ ਆ। ਉਹ ਜਿਹੜੀ ਆ ਉਹ ਕਹਿੰਦੇ ਵੀ ਮਿਸਯੂਜ਼ ਹੋ ਰਿਹਾ ਆ। ਹੁਣ ਜੇ ਕੋਈ ਪੋਲੀਟੀਕਲ ਅਸਾਈਲਮ ਕਰੂਗਾ ਬਾਰਡਰ ਦੇ ਉੱਤੇ, ਉਹਨਾਂ ਦੀ ਆਲਰੇਡੀ ਪਹਿਲਾਂ ਤਾਂ ਇਹੀ ਆ ਗਿਆ ਸੀ ਕਨਫਰਮੇਸ਼ਨ ਵੀ ਮੈਕਸੀਕੋ ਗਵਰਨਮੈਂਟ ਗੱਲ ਮੰਨ ਗਈ ਆ ਵੀ ਐਪਲੀਕੇਸ਼ਨ ਬਾਰਡਰ 'ਤੇ ਲਵਾਂਗੇ ਅਤੇ ਫਿਰ ਡਿਸਾਈਡ ਕਰਾਂਗੇ ਜੇ ਲੱਗਾ US ਗਵਰਨਮੈਂਟ ਨੂੰ ਵੀ ਇਹਨੂੰ ਪੋਲੀਟੀਕਲ ਅਸਾਈਲਮ ਮਿਲਣਾ ਚਾਹੀਦਾ ਆ ਉਸ ਪਰਸਨ ਨੂੰ, ਅਤੇ ਫਿਰ ਉਹ ਅਲਾਓ ਕਰਨਗੇ, ਨਹੀਂ ਤਾਂ ਉਹ ਉੱਥੋਂ ਹੀ ਮੈਕਸੀਕੋ ਤੋਂ ਹੀ ਵਾਪਸ ਚਲੇ ਜਾਏਗਾ। ਇਹਦੇ ਸੰਬੰਧ ਦੇ ਵਿੱਚ ਮੈਕਸੀਕੋ ਵਾਲੇ ਪਹਿਲਾਂ ਐਗਰੀ ਹੋ ਗਏ ਸੀ। ਹੁਣ ਮੈਕਸੀਕੋ ਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਆ ਉਹ December 1 ਨੂੰ ਜਿਹੜਾ ਆਪਣਾ ਆਫਿਸ ਟੇਕ ਓਵਰ ਕਰਨ ਜਾ ਰਿਹਾ ਹੈਗਾ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਹ ਸ਼ਾਰਟ ਟਰਮ ਸੋਲੂਸ਼ਨ ਆ, ਕਿਉਂਕਿ ਹੁਣ ਇੱਕ ਕੈਰਾਵੈਨ ਆਇਆ ਉਹ ਤੋਂ ਬਾਅਦ 2-3 ਹੋਰ, ਵੀ ਉਹ ਸਾਡੇ ਲਈ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਬਣ ਰਹੀ ਆ। ਸੋ ਪੂਰੇ ਵਰਲਡ ਨੂੰ ਇੱਕ ਤਰ੍ਹਾਂ ਨਾਲ ਮੈਸੇਜ US ਵੱਲੋਂ ਜਾ ਰਿਹਾ ਵੀ ਹੁਣ ਉਹ ਪਹਿਲਾਂ ਵਾਲੇ ਦਿਨ ਨਹੀਂ ਰਹੇ ਵੀ ਅਸੀਂ ਈਜ਼ਲੀ ਕਿਸੇ ਨੂੰ USA ਦੇ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ। ਜੀ ਬਿਲਕੁਲ। ਸੋ ਤੁਸੀਂ ਦੇਖੋ ਵੀ ਆਲਰੇਡੀ 4 ਲੱਖ ਆਲਮੋਸਟ ਬੰਦਾ ਜਿਹੜਾ ਉਹਨਾਂ ਨੇ ਇਸ ਸਾਲ ਦੇ ਵਿੱਚ ਫੜਿਆ ਆ, ਜਿਹੜਾ ਇਲੀਗਲ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟ ਆ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ। ਅਤੇ ਅਗਲੀ ਜਿਹੜੀ ਖਬਰਾਂ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ, ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੈਨੇਟਰ MB ਕਲੋਬੂਚਰ ਜਿਹੜੀ ਆ ਉਹਨਾਂ ਨੇ ਮਿਨੇਸੋਟਾ ਤੋਂ ਨੇ ਉਹਨਾਂ ਨੇ ਐਤਵਾਰ ਨੂੰ ਬੀਤੇ ਦਿਨੀ ਜਿਹੜੇ ਆ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਉਹ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਨਿਖੇਧੀ ਕੀਤੀ ਆ ਵੀ ਕਹਿੰਦੇ ਵੀ ਜਿਹੜੀ ਕਾਂਗਰਸ ਕੋਸ਼ਿਸ਼ ਕਰ ਰਹੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਸਿਸਟਮ ਨੂੰ ਜਿਹੜਾ ਉਹ ਠੀਕ ਕਰਨ ਦੇ ਲਈ, ਉਹਨਾਂ ਨੇ ਆਪਣੇ ਜਿਹੜੇ ਜਿਹੀ ਬਿਆਨਬਾਜ਼ੀ ਦੇ ਨਾਲ ਇੱਕ ਹਿਸਾਬ ਦੇ ਨਾਲ ਢਿੱਡ 'ਚ ਘਸੁੰਨ ਮਾਰਿਆ ਇਸ ਪੂਰੇ ਐਫਰਟ ਦੇ ਉੱਤੇ। ਅਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਬਾਰ-ਬਾਰ ਆਪਣੀ ਜਿਹੜੀ ਆ ਵਾਲ ਨੂੰ ਲੈ ਕੇ ਜਿਹੜੇ ਡਾਲਰਾਂ ਦੀ ਜਿਹੜੀ ਉਹ ਮੰਗ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਤਾਂ ਡੀਲ ਜਿਹੜੀ ਆ ਉਹ ਬਣਾਉਣ ਦੇ ਲਈ ਇੱਧਰੋਂ ਵੀ ਕੋਈ ਨਾ ਕੋਈ ਰੈਡੀ ਜਿਹੜੇ ਕੁਛ ਹੈਗੇ ਨੇ ਵੀ ਕੁਛ ਇਮੀਗ੍ਰੇਸ਼ਨ ਰਿਫੋਰਮਸ ਜਿਹੜੇ ਆ ਉਹ ਅਲਾਓ ਕਰਨ, ਖਾਸ ਕਰਕੇ ਜਿਹੜੇ ਡਾਕਾ ਵਾਲੇ ਆ ਉਹਨਾਂ ਨੂੰ ਲੈ ਕੇ, ਅਤੇ ਇੱਧਰੋਂ ਜਿਹੜੀ ਆ ਕੋਈ ਫੰਡਿੰਗ ਜਿਹੜੀ ਉਹਨਾਂ ਦੀ ਵਾਲ ਦੇ ਲਈ ਜਿਹੜੀ ਉਹ ਦਿੱਤੀ ਜਾ ਸਕਦੀ ਆ ਵੀ ਫੈਡਰਲ ਫੰਡਿੰਗ ਜਿਹੜੀ ਉਸ ਨੂੰ ਹੋਰ ਵੀ ਜ਼ਿਆਦਾ ਬੂਸਟ ਕੀਤਾ ਜਾਊਗਾ ਬਾਰਡਰ ਸਿਕਿਉਰਿਟੀ ਨੂੰ ਲੈ ਕੇ। ਅਤੇ ਉੱਦਾਂ ਉਹ ਇਸ ਚੀਜ਼ ਤੋਂ ਜਿਹੜੇ ਖਾਸ ਕਰਕੇ ਜਿਹੜਾ ਕਾਰਵਾਂ ਦਾ ਹੁਣ ਬਹੁਤ ਜ਼ਿਆਦਾ ਰੌਲਾ ਰੱਪਾ ਇੱਕ ਵਾਰੀ ਫੇਰ ਪੂਰਾ ਮਗਿਆ ਆ, ਕਿਉਂਕਿ ਹੁਣ ਉਹ ਬਾਰਡਰ 'ਤੇ ਆਲਰੇਡੀ ਜਿਹੜੇ ਉਹ ਪਹੁੰਚ ਚੁੱਕੇ ਹੋਏ ਨੇ। ਇਸ ਕਰਕੇ ਕਾਫੀ ਜਿਹੜਾ ਰੌਲਾ ਰੱਪੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਕਹਿ ਲਓ ਵੀ ਆਪਣਾ ਹਮਲਾ ਆ ਉਹਨਾਂ ਦੇ ਉੱਤੇ ਜਿਹੜਾ ਉਹ ਥੋੜ੍ਹਾ ਤੇਜ਼ ਰੱਖਿਆ ਆ, ਅਤੇ ਉੱਧਰ ਕਾਂਗਰਸ ਦੇ ਉੱਤੇ ਜਿਹੜਾ ਪ੍ਰੈਸ਼ਰ ਇਸ 'ਤੇ ਕਰਕੇ ਕਾਫੀ ਜ਼ਿਆਦਾ ਵੱਧ ਰਿਹਾ ਆ ਵੀ ਉਹ ਜਲਦੀ ਕੋਈ ਨਾ ਕੋਈ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ
ਜਿਹੜਾ ਆ ਉਹ ਜਲਦ ਤੋਂ ਜਲਦ ਜਿਹੜਾ ਆ ਉਹ ਕੋਈ ਰਿਫਾਰਮ ਜਿਹੜੇ ਆ ਉਹ ਲੈ ਕੇ ਆਉਣ। ਦੇਖਦੇ ਹਾਂ ਵੀ ਇਹ ਦੋਨੋਂ ਪਾਰਟੀਆਂ ਵਾਲੇ ਮਿਲ ਕੇ ਕੁਛ ਕਰਨਗੇ ਜਾਂ ਐਂ ਹੀ ਅਗਲੇ ਜਿਹੜੇ 2 ਸਾਲ ਆ ਉਹ ਰੌਲਾ ਰੱਪਾ ਪੈਂਦਾ ਰਹੂਗਾ। ਸੋ ਬਿਲਕੁਲ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਆਪਾਂ ਇਹ ਤਾਂ ਇਲੀਗਲ ਇਮੀਗ੍ਰੇਸ਼ਨ ਜਾਂ ਅਨਡਾਕੂਮੈਂਟਡ ਬੰਦੇ ਜਿਹੜੇ ਬਾਰਡਰ ਤੋਂ ਕ੍ਰਾਸ ਕਰਦੇ ਆ ਉਹਨਾਂ ਦੀ ਗੱਲ ਸੀ। ਹੁਣ ਲੀਗਲ ਇਮੀਗ੍ਰੇਸ਼ਨ ਵੱਲ ਆਈਏ। ਅਗਰ ਲੀਗਲ ਇਮੀਗ੍ਰੇਸ਼ਨ ਵੱਲ ਆਈਏ ਤੇ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਵੀ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਰੈਡੀਕਲ ਚੇਂਜ ਕਰਨ ਜਾ ਰਿਹਾ। ਰੈਡੀਕਲ ਦਾ ਮਤਲਬ ਬਹੁਤ ਹੀ ਸਖਤ ਜਿਹੜੀ ਚੇਂਜ ਕਰਨ ਜਾ ਰਿਹਾ ਆ। ਉਹਦੇ ਮੁਤਾਬਕ ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ ਇਸ ਸਾਲ ਦੇ ਦੌਰਾਨ ਤੱਕ ਜਿਹੜੀ ਕਾਂਗਰਸ ਤੇ ਸੈਨੇਟ ਜਿਹੜੀ ਆ ਦੋਨਾਂ ਦੇ ਵਿੱਚ ਜਿਹੜੀ ਆ ਮੈਜੋਰਟੀ ਸੀਗੀ ਜਿਹੜੀ ਰਿਪਬਲਿਕਨ ਦੀ। ਹੁਣ ਜਿਹੜੀ ਆ ਸੈਨੇਟ ਦੇ ਵਿੱਚ ਮੈਜੋਰਟੀ ਹੋਏਗੀ, ਕਾਂਗਰਸ ਦੇ ਵਿੱਚ ਡੈਮੋਕ੍ਰੇਟ ਦੀ ਹੋਊਗੀ। ਪਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਿਹਾ ਹੈਗਾ ਆ ਵੀ ਆਪਾਂ ਜਿਹੜਾ ਆ ਕਾਂਗਰਸ ਤੇ ਸੈਨੇਟ ਤੋਂ ਬਿਨਾਂ ਹੀ ਜਿਹੜਾ ਆ ਇਮੀਗ੍ਰੇਸ਼ਨ ਦੇ ਜਿਹੜੇ ਰੂਲ ਆ ਉਹ ਸਖਤ ਕਰੀਏ। ਉਹਦੇ ਸੰਬੰਧ ਦੇ ਵਿੱਚ ਇੱਕ 1882 ਵਾਲਾ ਰੂਲ ਸੀਗਾ 1882 ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਪ੍ਰੋਵੀਜ਼ਨ ਸੀਗੀ ਵੀ ਜਿਹੜੇ ਬੰਦੇ ਪਰਮਾਨੈਂਟਲੀ USA ਨੂੰ ਆ ਰਹੇ ਆ ਉਹ ਕਿਸੇ ਤਰ੍ਹਾਂ ਦਾ ਜਿਹੜਾ ਆ ਪਬਲਿਕ ਚਾਰਜ ਨਾ ਵਨ। ਤੇ ਪਿਛਲੇ 5 ਸਾਲਾਂ ਤੋਂ ਕਹਿੰਦੇ 9 ਲੱਖ ਦੇ ਕਰੀਬ ਜਿਹੜੇ ਇਮੀਗ੍ਰੈਂਟ ਵੀਜ਼ਾ ਦਿੱਤੇ ਗਏ ਆ। ਸੋ ਉਹਨਾਂ ਦੇ ਜਿਹੜੇ ਆ ਪਬਲਿਕ ਚਾਰਜ ਚੈੱਕ ਕਰ ਰਹੇ ਆ। ਤੇ ਲੇਟਲੀ ਰਾਜਕਰਮਵੀਰ ਸਿੰਘ ਜੀ ਮੈਨੂੰ ਵੀ 2-3 ਜਿਹੜੀਆਂ ਕਾਲਸ ਆਈਆਂ ਪਈ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਵੀਜ਼ੇ ਜਿਹੜਾ ਆ ਲੈਣ ਲਈ ਉਹ ਗਏ। ਇੱਕ ਤਾਂ ਐਮਬੈਸੀ ਜਿਹੜੀ ਆ ਦਿੱਲੀ ਵਾਲੀ ਉਹਨੇ ਬੰਬੇ ਲੈ ਗਏ ਹੁਣ ਤੇ ਬਲੱਡ ਰਿਲੇਸ਼ਨ ਵਾਲੇ ਜੀ ਬਲੱਡ ਰਿਲੇਸ਼ਨ ਕਿਸੇ ਦੇ ਪੇਰੈਂਟਸ ਸੀ ਜਾਂ ਗ੍ਰੈਂਡ ਪੇਰੈਂਟਸ, ਤੇ ਉੱਥੇ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਪਰਮਾਨੈਂਟਲੀ ਮੂਵ ਹੋ ਰਹੇ ਆ ਪਰ ਤੁਹਾਨੂੰ ਜਿਹੜੀ ਆ ਹੈਲਥ ਇੰਸ਼ੋਰੈਂਸ ਦੀ ਪਾਲਿਸੀ ਲੈ ਕੇ ਆਓ। ਸੋ ਉਹਨਾਂ ਨੇ ਜਦੋਂ ਆਪਣੀ ਵਿਜ਼ਟਰਸ ਇੰਸ਼ੋਰੈਂਸ ਭੇਜੀ ਉਹ ਕਹਿੰਦੇ ਵੀ ਨਹੀਂ ਇਹਨੂੰ ਅਸੀਂ ਐਕਸੈਪਟ ਨਹੀਂ ਕਰਦੇ ਤੇ ਸਾਨੂੰ ਪਾਲਿਸੀ ਉਹ ਚਾਹੀਦੀ ਆ ਜਿਹੜੀ ਪ੍ਰੀ ਐਗਜ਼ਿਸਟਿੰਗ ਕਵਰ ਕਰੇ। ਹੁਣ ਉਹ ਪਾਲਿਸੀ ਜਿਹੜੀ ਹੈ USA ਦੇ ਵਿੱਚ ਜੇ ਤੁਸੀਂ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਉਹ ਲੈਣੀ ਬੜੀ ਔਖੀ ਹੈਗੀ ਆ। ਸੋ ਜੇ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨਹੀਂ, ਗ੍ਰੀਨ ਕਾਰਡ ਨਹੀਂ, ਤੁਸੀਂ ਇੰਸ਼ੋਰੈਂਸ ਕਿੱਦਾਂ ਲੈ ਲਓਗੇ? ਤੁਸੀਂ ਹਜੇ ਤਾਂ ਇੱਥੇ ਦੇ ਕੁਛ ਵੀ ਨਹੀਂ ਬਣੇ ਹੈਗੇ। ਸੋ ਉਹ ਬੜੇ ਲਿੰਬੋ 'ਚ ਆ। ਇਹਦੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਟਾਕ ਸ਼ੋਜ਼ ਕਰਾਂਗੇ ਵੀ ਲੋਕਾਂ ਨੂੰ ਬਹੁਤ ਇਫੈਕਟ ਹੋ ਰਿਹਾ। ਸੋ ਸੇਮ ਹੀ ਜਿਹੜਾ ਆ ਇਹ ਜਿਹੜਾ ਇੱਕ ਤਰ੍ਹਾਂ ਨਾਲ ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਪੂਰੀ ਡਿਟੇਲ ਦੱਸੀ ਆ ਵੀ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਾਂਗਰਸ ਤੋਂ ਬਿਨਾਂ ਹੀ ਬਾਈਪਾਸ ਕਰਕੇ ਜਿਹੜਾ ਆ ਇਸ ਰੂਲ ਨੂੰ ਫੋਲੋ ਕਰਨ ਜਾ ਰਿਹਾ ਆ ਵੀ ਜਿਹੜੇ ਬੰਦੇ ਨੂੰ ਉਹਨਾਂ ਨੇ ਪਰਮਾਨੈਂਟਲੀ ਵੀਜ਼ਾ ਦੇਣਾ ਆ, ਗ੍ਰੀਨ ਕਾਰਡ ਦੇਣਾ ਹੈਗਾ ਆ, ਉਹਦਾ ਜਿਹੜਾ ਇੱਕ ਤਰ੍ਹਾਂ ਨਾਲ ਟੈਸਟ ਹੋਊਗਾ। ਉਹ ਟੈਸਟ ਦੇ ਹਿਸਾਬ ਨਾਲ ਇਹ ਫਿਗਰ ਆਊਟ ਕਰੂਗੇ ਵੀ ਇਹ ਆਉਣ ਵਾਲੇ ਸਮੇਂ 'ਚ ਸਾਡੇ 'ਤੇ ਭਾਰ ਤਾਂ ਨਾ ਪਊਗਾ USA ਵੀ ਜਾਂਦਾ ਹੀ ਇਹ ਮੈਡੀਕਲ ਤਾਂ ਨਹੀਂ ਲੈਣ ਲੱਗ ਪਊਗਾ, ਜਾਂਦਾ ਹੀ ਤਾਂ ਨਹੀਂ ਇਹ ਫੂਡ ਸਟੈਂਪ ਜਾਂ ਹੋਰ ਇੱਦਾਂ ਦਾ ਕੋਈ ਪ੍ਰੋਗਰਾਮ ਲੈਣ ਲੱਗ ਪਊਗਾ। ਅਤੇ ਇਹ ਜਿਹੜਾ ਟੈਸਟ ਹੈਗਾ ਆ ਇਹ ਲਗਭਗ ਕਹਿੰਦੇ ਵੀ ਹਰ ਇੱਕ ਜਿਹੜਾ ਇਮੀਗ੍ਰੈਂਟ US 'ਚ ਆਊਗਾ ਉਹਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ ਜੀ। ਸੋ ਦੱਸ ਜੇ ਵੀ ਕਹਿੰਦੇ ਵੀ ਪਬਲਿਕ ਚਾਰਜ ਹੁੰਦਾ ਕੀ ਆ ਜੀ। ਫੈਡਰਲ ਪਾਲਿਸੀ ਜਿਹੜੀ ਇਸ ਟਾਈਮ ਮੌਜੂਦ ਨੇ ਉਹਨਾਂ ਦੇ ਮੁਤਾਬਕ ਇਸ ਟਰਮ ਨੂੰ ਕਹਿੰਦੇ ਡਿਫਾਈਨ ਕੀਤਾ ਜਾਂਦਾ ਵੀ ਕਹਿੰਦੇ ਵੀ ਜਿਹੜਾ ਵੀ ਨਾਨ ਸਿਟੀਜ਼ਨ ਜਿਹੜਾ US ਦਾ ਸਿਟੀਜ਼ਨ ਨਹੀਂ ਹੈਗਾ ਅਤੇ ਉਹ ਫੈਡਰਲ ਗੌਰਮੈਂਟ ਦੇ ਉੱਤੇ ਪ੍ਰਾਈਮਰੀਲੀ ਜਾਣੀ ਕਿ ਡਿਪੈਂਡ ਹੁੰਦਾ ਆ ਸਬਸਿਸਟੈਂਸ ਦੇ ਲਈ। ਕੁਛ ਵੀ ਜਿਹੜੇ ਉਹਨਾਂ ਤੋਂ ਜਿੱਦਾਂ ਚਾਹੇ ਮੈਡੀਕਲ ਆ, ਚਾਹੇ ਫੂਡ ਦੇ ਪ੍ਰੋਗਰਾਮ ਆ, ਚਾਹੇ ਫੂਡ ਸਟੈਂਪ ਆ, EBT ਕਾਰਡ ਆ, ਅਤੇ ਇਹ ਪਬਲਿਕ ਚਾਰਜ ਜੇ ਡਿਟਰਮੀਨੇਸ਼ਨ ਕੀਤੀ ਜਾਂਦੀ ਹੈ ਅਤੇ ਜਿਹੜੇ ਗੌਰਮੈਂਟ ਆ ਉਹ ਡਿਨਾਈ ਕਰ ਸਕਦੀ ਆ ਨਾਨ ਸਿਟੀਜ਼ਨਸ ਨੂੰ ਇਸ ਦੇ ਤਹਿਤ ਵੀ ਹਾਂ ਵੀ ਜੇ ਇਹਨਾਂ ਨੇ ਆ ਕੇ ਸਿੱਧਾ ਅਮਰੀਕਾ ਦੇ ਉੱਤੇ ਭਾਰ ਹੀ ਬਣਨਾ ਆ ਵੀ ਇਹਨਾਂ ਨੂੰ ਜਿਹੜਾ US ਦੇ ਵਿੱਚ ਐਂਟਰੀ ਜਿਹੜੀ ਆ ਉਹ ਲਾਫੁਲ ਜਿਹੜੀ ਐਡਮਿਸ਼ਨ ਆ ਉਹ ਡਿਨਾਈ ਕੀਤੀ ਜਾ ਸਕਦੀ ਆ। ਕਹਿੰਦੇ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਇਹ ਜਿਹੜੀ ਕੀਤੀ ਜਾ ਸਕਦੀ ਆ। ਇਹ ਜਿਹੜੀ ਸੈਂਟਾ ਕਲਾਰਾ ਦੀ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਆ ਉਸ ਦੀ ਜਿਹੜੀ ਪਬਲਿਕ ਚਾਰਜ ਦੀ ਡੈਫੀਨੇਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਆ। ਸੋ ਕਿਉਂਕਿ ਜਿਹੜਾ ਗ੍ਰੀਨ ਕਾਰਡ ਵਾਲਾ ਆ ਉਹ ਵੀ ਸਿਟੀਜ਼ਨ ਨਹੀਂ ਆ। ਸੋ ਐਵਰੀ ਨਾਨ ਸਿਟੀਜ਼ਨ ਜਿਹੜਾ ਆ ਉਹ ਇਸ ਪਬਲਿਕ ਚਾਰਜ ਦੇ ਅਧੀਨ ਆਉਂਦਾ ਹੈਗਾ ਆ। ਸੋ ਇਹ ਹੁਣ ਜਿੱਦਾਂ ਆਪਾਂ ਇਹ ਕਾਫੀ ਕੁਛ ਮਹੀਨੇ ਪਹਿਲਾਂ ਜਦੋਂ ਕਾਫੀ ਦਾ ਰੌਲਾ ਪਿਆ ਸੀ, ਤਕਰੀਬਨ ਆਈ ਥਿੰਕ ਸਤੰਬਰ ਦੇ ਵਿੱਚ ਜਿਹੜਾ ਇੱਕ ਡਰਾਫਟ ਜਦੋਂ ਸਾਹਮਣੇ ਆਇਆ ਸੀ ਉਹਦੇ ਵਿੱਚ ਇੱਕ ਇਸ ਪਬਲਿਕ ਚਾਰਜ ਨੂੰ ਲੈ ਕੇ ਕਾਫੀ ਮੁੱਦਾ ਸੀਗਾ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਕੀ ਬਣਦਾ ਹੈ। ਸੋ ਟਰੰਪ ਪ੍ਰਸ਼ਾਸਨ ਜਿਹੜਾ ਆ ਉਹ ਲੀਗਲ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਵੀ ਨੱਥ ਪਾਉਣ ਦੇ ਲਈ ਟਰਾਈ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਨਾਨ ਸਿਟੀਜ਼ਨਸ ਆ ਉਹਨਾਂ ਦਾ ਇੱਥੇ ਆਉਣਾ ਜਿਹੜਾ ਆ ਉਹ ਘਟਾਇਆ ਜਾ ਸਕੇ, ਉਸ ਨੂੰ ਔਖਿਆਂ ਜਿਹੜਾ ਉਹ ਕੀਤਾ ਜਾ ਸਕੇ। ਸੋ ਲੈਟਸ ਸੀ ਕੀ ਬਣਦਾ ਆ।
ਰੀਸੈਂਟਲੀ ਹਰਜੋਤ ਸਿੰਘ ਜੀ ਇੱਕ ਸਾਡੇ ਕਾਲਰ ਨੇ ਕਾਲ ਕੀਤੀ ਸੀਗੀ, ਕਹਿੰਦੇ ਵੀ ਉਹਨਾਂ ਦੇ ਜਿਸ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਕੋਈ ਰਹਿੰਦੇ ਸੀਗੇ, ਉੱਥੇ ਕੋਈ ਬਜ਼ੁਰਗ ਜਿਹੜੇ ਆ ਉਹ ਆਏ ਸੀ ਰੀਸੈਂਟਲੀ, ਤੇ ਕਹਿੰਦੇ ਵੀ ਉਹਨਾਂ ਨੂੰ ਡਾਇਲਿਸਿਸ ਕਰਾਉਣਾ ਬਹੁਤ ਜਿਹੜਾ ਲਾਜ਼ਮੀ ਸੀਗਾ, ਉਹਨਾਂ ਦੇ ਇੱਕ ਹਿਸਾਬ ਦੇ ਨਾਲ ਕਹ ਲਓ ਵੀ ਜੀਵਨ ਮੌਤ ਦਾ ਸਵਾਲ ਹੁੰਦਾ ਸੀ। ਸੋ ਪਹਿਲੇ ਕਹਿੰਦੇ ਉਹਨਾਂ ਨੇ ਜਿਹੜੀ ਸਰਕਾਰ ਆ ਉਹ ਕੁਛ ਚਿਰ ਦੇ ਲਈ ਮੰਨ ਗਈ ਵੀ ਹਾਂ ਵੀ ਕੋਈ ਨਹੀਂ, ਤੁਸੀਂ ਡਾਇਲਿਸਿਸ ਕਰਵਾ ਲਓ, ਤੁਸੀਂ ਕਰਵਾ ਲਓ। ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਟੈਕਸ ਤਾਂ ਭਰਦੇ ਨਹੀਂ, ਕੁਛ ਇਹ ਕਰਦੇ ਤੇ ਹੈ ਨਹੀਂ ਆ, ਸਿੱਧਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਤੁਸੀਂ ਸਾਡੇ ਸਿਰ 'ਤੇ ਭਾਰ ਆ, ਤੇ ਉਹਨਾਂ ਨੇ ਉਹਨਾਂ ਨੂੰ ਵੀਜ਼ਾ ਲੱਗਾ ਸੀਗਾ ਉਸ ਨੂੰ ਇੱਕ ਹਿਸਾਬ ਦੇ ਨਾਲ ਘਟਾ ਦਿੱਤਾ, ਉਸ ਨੂੰ ਰਿਵੋਕ ਕਰਕੇ ਕਿਹਾ ਵੀ ਹੁਣ ਤੁਸੀਂ ਵਾਪਸ ਉੱਥੇ ਜਾਓ, ਆਪਣੇ ਆਪ ਨੂੰ ਠੀਕ ਕਰਕੇ ਫਿਰ ਤੁਸੀਂ ਇੱਥੇ ਆ ਸਕਦੇ ਆ। ਹੋਰ ਵੀ ਕਈ ਥਾਵਾਂ 'ਤੇ ਜਿੱਦਾਂ ਤੁਸੀਂ ਵੀ ਉਦਾਹਰਨ ਜਿਹੜਾ ਉਹ ਦਿੱਤਾ ਆ ਵੀ ਕਈ ਫੈਮਲੀਜ਼ ਦੇ ਨਾਲ ਜਿਹੜਾ ਆ ਉਹ ਇਸ ਤਰੀਕੇ ਦਾ ਚੀਜ਼ ਹੋ ਰਹੀ ਆ ਵੀ ਜਿਨ੍ਹਾਂ ਦੇ ਕੋਈ ਮੈਡੀਕਲ ਇਸ਼ੂਜ਼ ਹੈਗੇ ਨੇ ਅਤੇ ਉਹ ਖਾਸ ਕਰਕੇ ਵਧੇਰੀ ਉਮਰ ਦੇ ਵਿੱਚ ਇੱਧਰ ਨੂੰ ਉਹ ਆ ਰਹੇ ਨੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਾਂ ਆਈਦਰ ਵੀਜ਼ੇ ਡਿਨਾਈ ਕੀਤੇ ਜਾ ਰਹੇ ਆ ਜਾਂ ਉਹਨਾਂ ਤੋਂ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਪੋਲਿਸੀਜ਼ ਇੰਸ਼ੋਰੈਂਸ ਪੋਲਿਸੀਜ਼ ਦੀ ਮੰਗ ਕੀਤੀ ਜਾ ਰਹੀ ਆ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਜਿਹੜੀਆਂ ਆ ਉਹ ਮੰਨਦੀਆਂ ਹੋਣ, ਉਹ ਆਲਰੇਡੀ ਉਹਦੇ ਵਿੱਚ ਅਪਰੂਵ ਹੋਵੇ। ਇਹ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਦੇ ਤਰਜ਼ ਦੇ ਆਧਾਰ ਦੇ ਉੱਤੇ ਥੋੜ੍ਹੀ ਬਹੁਤੀ ਜਿਹੜੀ ਉਹ ਟਰਾਈ ਅਮਰੀਕਾ ਵਾਲੇ ਵੀ ਜਿਹੜੇ ਕਰ ਰਹੇ ਆ ਵੀ ਜਿਹੜਾ ਵੀ ਕੋਈ ਉੱਥੇ ਵੀ ਹੁਣ ਪੇਰੈਂਟ ਜਿਹੜਾ ਵੀ ਕਿਸੇ ਦਾ ਵੀ ਆਉਂਦਾ ਆ ਉਹਨਾਂ ਨੂੰ ਇੱਕ ਤਾਂ ਸੁਪਰ ਵੀਜ਼ਾ ਹੀ ਜਿਹੜਾ ਉਹ ਮਿਲਦਾ ਆ, ਉਹ ਵੀ ਤਾਂ ਜਿਹੜਾ ਅਪਰੂਵ ਹੁੰਦਾ ਆ ਜੇ ਉਹ ਉੱਥੇ ਦੀ ਇੰਸ਼ੋਰੈਂਸ ਜਿਹੜੀ ਆ ਕੈਨੇਡਾ ਦੇ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਕੰਡੀਸ਼ਨਸ ਨੂੰ ਲੈਂਦੀ ਹੋਵੇ, ਉਹ ਲੈ ਕੇ ਉੱਥੋਂ ਖੁਦ ਲੈ ਕੇ ਆਉਣ ਅਤੇ ਉਸ ਦੀ ਜਿਹੜੀ ਪੇਮੈਂਟ ਜਿਹੜੀ ਉਹ ਕਰਦੇ ਹੋਣ। ਸੋ ਕੁਛ ਨਾ ਕੁਛ ਜਿਹੜਾ ਉਸੇ ਪੱਧਰ ਦੇ ਉੱਤੇ ਅਮਰੀਕਾ ਦੀ ਵੀ ਇਸ ਪਾਲਿਸੀ ਦੇ ਵਿੱਚ ਚੇਂਜ ਜਿਹੜੇ ਆ ਉਹ ਦੇਖੇ ਜਾ ਰਹੇ ਨੇ। ਸੋ ਕਹਿੰਦੇ ਵੀ ਮੋਸਟ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਉਹ ਰਿਸਕ ਹੋਊਗਾ ਉਹਨਾਂ ਨੂੰ ਗ੍ਰੀਨ ਕਾਰਡ ਡਿਨਾਈ ਕਰਨ ਦਾ, ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਉਹ ਹੋਰ ਬਹੁਤ ਸਾਰੀਆਂ ਆਪਸ਼ਨਸ ਐਡ ਕਰ ਰਹੇ ਹੈਗੇ ਆ, ਮੈਡੀਕੇਡ, ਮੈਡੀਕੇਅਰ, ਕਿਸੇ ਤਰ੍ਹਾਂ ਦੀ ਵੀ ਪਬਲਿਕ ਅਸਿਸਟੈਂਸ ਹੈਗੀ ਆ, ਸਨੈਪ ਪ੍ਰੋਗਰਾਮ ਆ। ਸੋ ਸਭ ਤੋਂ ਜ਼ਿਆਦਾ ਕਹਿੰਦੇ ਇਫੈਕਟ ਕਰੂਗਾ ਜਿੱਦਾਂ ਜਿਹੜਾ 250% ਵਾਲਾ ਜਿਹੜਾ ਹੈਗਾ ਆ ਇਨਕਮ ਲੈਵਲ, ਜਿੱਦਾਂ 4 ਬੰਦਿਆਂ ਦੀ ਜੇ 63,000 ਤੋਂ ਥੱਲੇ ਇਨਕਮ ਹੈਗੀ ਆ ਉਹਨਾਂ ਨੂੰ ਜ਼ਿਆਦਾ ਸਕਰੀਨ ਕੀਤਾ ਜਾਊਗਾ ਵੀ ਇਹਨਾਂ ਦੀ ਆਲਰੇਡੀ ਇਨਕਮ ਘੱਟ ਹੈਗੀ ਆ, ਜੇ ਕਿਸੇ ਬੰਦੇ ਨੂੰ ਸਪੋਂਸਰ ਕਰ ਰਿਹਾ ਤੇ ਉਹ ਭਾਰ ਬਣ ਸਕਦਾ ਬੰਦਾ ਜਿਹੜਾ। ਸੋ ਇਹਦੇ ਨਾਲ ਕਹਿੰਦੇ ਬਹੁਤ ਸਾਰੇ ਜਿਹੜੇ US ਦੇ ਸਿਟੀਜ਼ਨਸ ਜਿਹੜੇ ਉਹਨਾਂ ਦੇ ਸਪਾਊਜ਼ਸ ਅਤੇ ਉਹਨਾਂ ਦੇ ਫੈਮਿਲੀ ਮੈਂਬਰਸ ਅਤੇ ਬਹੁਤ ਸਾਰੇ US ਇੰਪਲੋਇਰਸ ਜਿਹੜੇ ਆ ਉਹਨਾਂ ਨੂੰ ਅਫੈਕਟ ਕਰੇਗਾ। ਕਹਿੰਦੇ ਭਈ 9 ਲੱਖ ਦੇ ਕਰੀਬ ਜਿਹੜੇ ਐਲੀਜੀਬਲ ਗ੍ਰੀਨ ਕਾਰਡ ਹੋਲਡਰਸ ਆ ਈਚ ਈਅਰ ਉਹਨਾਂ ਦੇ ਉੱਤੇ ਇਫੈਕਟ ਕਰੇਗਾ। 2,41,000 ਗ੍ਰੀਨ ਕਾਰਡ ਸਟੇਟ ਡਿਪਾਰਟਮੈਂਟ ਵੱਲੋਂ ਐਨੂਅਲੀ ਇਸ਼ੂ ਕੀਤੇ ਜਾਂਦੇ ਆ ਜਿਹੜੇ ਸਪਾਊਜ਼ਸ, ਚਿਲਡਰਨ, ਪੇਰੈਂਟਸ ਦੇ ਲਈ। ਇਮੀਡੀਏਟ ਰਿਲੇਟਿਵ ਜਿਹੜੇ US ਸਿਟੀਜ਼ਨ ਦੇ ਹੈਗੇ ਆ 2,05,000 ਵੀਜ਼ਾ ਜਿਹੜੇ ਆ ਸਟੇਟ ਡਿਪਾਰਟਮੈਂਟ ਵੱਲੋਂ ਐਨੂਅਲੀ ਇਸ਼ੂ ਕੀਤਾ ਜਾਂਦਾ ਹੈਗਾ ਆ। ਫੈਮਿਲੀ ਮੈਂਬਰਸ ਆਫ US ਸਿਟੀਜ਼ਨਸ ਐਂਡ LPRs ਇਸੇ ਤਰ੍ਹਾਂ 2,65,000 ਦੇ ਕਰੀਬ ਜਿਹੜੇ ਐਡਜਸਟ ਕੀਤਾ ਜਾਂਦਾ ਆ ਸਪਾਊਜ਼ਸ ਔਰ ਦਾ ਫੈਮਿਲੀ ਮੈਂਬਰਸ ਆਫ US ਸਿਟੀਜ਼ਨ। ਸੋ ਇਹ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਟਰਾਈ ਕਰ ਰਿਹਾ ਭਈ ਆਪਾਂ ਕਾਂਗਰਸ ਤੋਂ ਬਿਨਾਂ ਹੀ ਜਿਹੜਾ ਆ ਇਸ ਨੂੰ ਜਿਹੜਾ ਟੈਸਟ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਆਪਾਂ ਦੱਸਿਆ ਤੁਹਾਨੂੰ ਉਹਨੂੰ ਲਾਗੂ ਕਰਕੇ ਕੀਤਾ ਜਾਵੇ। ਔਰ ਲੱਗਦਾ ਇਹ ਲਾਗੂ ਕਰ ਰਿਹਾ ਕਿਉਂਕਿ ਜਿਹੜੀਆਂ ਮੈਨੂੰ ਵੀ 2 ਕਾਲਾਂ ਆਈਆਂ ਉਹਨਾਂ ਦੇ ਇੱਕ ਦੇ ਮਦਰ ਦੇ ਗਠੀਆ ਸੀ, ਸੋ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ। ਇੱਕ ਜਿਹੜੇ ਉਹਨਾਂ ਦੇ ਬਜ਼ੁਰਗ ਸੀਗੇ ਉਹ 90 ਸਾਲਾਂ ਦੇ ਸੀ। ਸੋ ਉਹਨਾਂ ਨੂੰ ਪਤਾ ਹੀ ਆ ਵੀ ਜੇ 90 ਸਾਲਾਂ ਦਾ ਬਜ਼ੁਰਗ US 'ਚ ਆਊਗਾ ਅਤੇ ਇਹ ਬਿਮਾਰ ਹੋਊਗਾ ਹੀ, ਜਿਹੜੀ ਉਹ ਏਜ ਉੱਦਾਂ ਦੀ ਹੈਗੀ ਆ ਅਤੇ ਕੋਈ ਦਵਾਈਆਂ ਜਿਹੜੀਆਂ ਲੈਣਗੇ ਸੋ ਭਾਰ ਬਣਨਗੇ। ਸੋ ਇਸ ਕਰਕੇ ਉਹ ਜਿਹੜੇ ਆ ਹੁਣ ਬਹੁਤ ਸਖਤ ਹੋਣ ਜਾ ਰਹੇ ਆ। ਬਿਲਕੁਲ ਆਪਣੇ ਵਕੀਲਾਂ ਨਾਲ ਗੱਲ ਕਰੋ, ਅਸੀਂ ਵਕੀਲ ਨਹੀਂ ਹੈਗੇ ਦੋਨੇ, ਅਸੀਂ ਤਾਂ ਜੋ ਨਿਊਜ਼ ਦੇ ਵਿੱਚ ਆਇਆ ਹੈਗਾ ਆ ਉਹ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹੈਗੇ ਆ। ਇਹ ਇੱਕ ਰਿਪੋਰਟ ਸਪੈਸ਼ਲ ਤਿਆਰ ਕੀਤੀ ਗਈ ਹੈ ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਵੱਲੋਂ। ਗੂਗਲ 'ਤੇ ਤੁਸੀਂ ਸਰਚ ਵੀ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਰੈਡੀਕਲੀ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਕਰਨ ਜਾ ਰਿਹਾ। ਲੀਗਲ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਪਰਮਾਨੈਂਟਲੀ USA 'ਚ ਆਉਂਦੇ ਆ, ਅਨਡਾਕੂਮੈਂਟਡ ਦੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ। ਸੋ ਇਹ ਪਬਲਿਕ ਚਾਰਜ ਦੀ ਡਿਟਰਮੀਨੇਸ਼ਨ ਜਿਹੜੇ ਕਹਿੰਦੇ ਵੀ ਸਬਜੈਕਟ ਜਿਹੜੇ ਕੀ ਹੁੰਦੇ ਆ, ਕਹਿੰਦੇ ਵੀ ਜਿਹੜੇ ਲੋਕ ਖਾਸ ਕਰਕੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਰਹੇ ਨੇ ਜਾਂ US ਦੇ ਵਿੱਚ ਐਡਮਿਸ਼ਨ ਦੇ ਲਈ ਜਿਹੜੇ ਇਮੀਗਰੈਂਟ ਹਿਸਾਬ ਦੇ ਨਾਲ ਵੀਜ਼ਾ ਜਾਂ ਅਜੇ ਨਾਨ ਸਿਟੀਜ਼ਨ ਹੁੰਦੇ ਹੋਏ ਵੀ ਜਿਹੜੇ ਇੱਥੇ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਕਿੱਦਾਂ ਜਿਹੜਾ ਦੇਖਿਆ ਜਾਂਦਾ। ਕਹਿੰਦੇ ਵੀ ਮੋਸਟਲੀ ਜਿਹੜੇ ਟੈਂਪਰੇਰੀ ਵੀਜ਼ਾਜ਼ ਹੁੰਦੇ ਆ ਪਬਲਿਕ ਚਾਰਜ ਨੂੰ ਕਿੱਦਾਂ ਆ,
ਜਿਹੜੇ ਤਾਂ ਰਿਟਰਨਿੰਗ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਉੱਤੇ ਕਹਿੰਦੇ ਇਸ ਤਰੀਕੇ ਦਾ ਲਾਗੂ ਨਹੀਂ ਹੁੰਦਾ। ਜਿਹੜੇ ਕੋਈ ਪਹਿਲੀ ਵਾਰੀ ਆਉਣ ਜਾ ਰਹੇ ਆ ਉਹਨਾਂ ਦੇ ਉੱਤੇ, ਅਤੇ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਇੱਥੇ ਆ ਰਹੇ ਆ ਉਹਨਾਂ ਦੀ ਜ਼ਿਆਦਾ ਉਹਨਾਂ ਨੇ ਘੋਖ ਜਿਹੜੀ ਆ ਉਹ ਕਰਨੀ ਆ, ਜਾਂ ਜਿਹੜਾ ਕੋਈ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਆ। ਜਿਹੜਾ ਕੋਈ ਨੈਚੁਰਲਾਈਜ਼ਡ ਸਿਟੀਜ਼ਨ ਹੈਗਾ ਉਸ ਉੱਤੇ ਵੀ ਅਪਲਾਈ ਨਹੀਂ ਹੁੰਦੇ। ਜਿਹੜੇ ਕਰੰਟ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਉੱਤੇ ਵੀ ਜਿਹੜੇ ਅਪਲਾਈ ਨਹੀਂ ਹੁੰਦੇ। ਸੋ ਜਾਂ ਫਿਰ ਉਹ ਲੋਕ ਜਿਹੜੇ 6 ਮਹੀਨੇ ਤੋਂ ਵੱਧ ਬਾਹਰ ਜਿਹੜੇ ਚਾਹੇ ਉਹ ਕਰੰਟ ਗ੍ਰੀਨ ਕਾਰਡ ਹੋਲਡਰ ਆ, ਜੇ 180 ਦਿਨਾਂ ਤੋਂ ਬਾਅਦ ਦੇ ਵਿੱਚ ਰਿਟਰਨ ਕਰ ਰਹੇ ਆ ਫਿਰ ਇੱਕ ਚੀਜ਼ ਜਿਹੜੀ ਆ ਉਹ ਉਸ ਨੂੰ ਦੇਖਣਗੇ। ਸੋ ਆਪਣੇ ਜਿਹੜੇ ਬਹੁਤ ਸਾਰੇ ਬਜ਼ੁਰਗ ਆ ਉਹ ਇਸ ਕੈਟੇਗਰੀ ਦੇ ਵਿੱਚ ਆ ਸਕਦੇ ਨੇ। ਸੋ ਕਈ ਆਉਂਦੇ ਹਰ ਸਾਲ ਜਾਂਦੇ ਆ। ਹਾਂ ਨਹੀਂ ਉਹ ਹਾਂ ਜਿਹੜਾ ਕੋਈ 6 ਮਹੀਨੇ ਬਾਹਰ ਅਮਰੀਕਾ ਤੋਂ ਵੱਧ ਸਮਾਂ ਲਾ ਕੇ ਆਉਂਦਾ ਆ ਜਾਂ 180 ਦਿਨਾਂ ਦੇ ਇਰਦ ਗਿਰਦ ਜਿਹੜਾ ਹੁੰਦਾ ਆ ਉਸ ਦੀ ਉਹ ਸਕਰੂਟਨੀ ਜਿਹੜੀ ਆ ਉਹ ਜ਼ਿਆਦਾ ਕਰ ਸਕਦੇ ਆ। ਸੋ ਪਲੀਜ਼ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਉਹਨਾਂ ਦੇ ਕੋਲੋਂ ਤੁਸੀਂ ਜਿਹੜੀ ਆ ਉਹ ਚੀਜ਼ਾਂ ਨੂੰ ਕਨਫਰਮ ਕਰੋ। ਜੇ ਕੋਈ ਟਰੈਵਲ ਡਾਕੂਮੈਂਟ ਬਣਦਾ ਹੁੰਦਾ ਆ ਵੀ ਹਾਂ ਮੈਂ ਇੰਨੇ ਚਿਰ ਦੇ ਲਈ ਜਾਣਾ ਆ, ਵੀ ਮੇਰੀ ਕੋਈ ਮਜਬੂਰੀ ਆ ਜਾਂ ਕੁਛ ਵੀ ਕਰਨ ਦੇ ਲਈ ਜਿਹੜਾ ਤੁਸੀਂ ਉੱਥੇ ਜਾ ਰਹੇ ਹੋ ਤਾਂ ਤੁਹਾਨੂੰ ਸਮਾਂ ਵੱਧ ਕਰਨਾ ਆ, ਉਹ ਪੇਪਰ ਵਰਕ ਆਪਣਾ ਪਲੀਜ਼ ਪਹਿਲੋਂ ਕਰਾ ਕੇ ਜਾਇਓ ਰਾਦਰ ਦੈਨ ਬਾਅਦ ਦੇ ਵਿੱਚ, ਕਿਉਂਕਿ ਆਪਾਂ ਦੇਖ ਰਹੇ ਹਾਂ ਲਗਾਤਾਰ ਜਿਹੜੀਆਂ ਇੱਥੇ ਪੋਲਿਸੀਜ਼ ਦੇ ਵਿੱਚ ਨਿੱਤ ਆਏ ਦੇ ਨਾਲ ਹੀ ਥੋੜ੍ਹੀ ਬਹੁਤੀ ਜਿਹੜੀ ਚੇਂਜਿਸ ਆ ਉਹ ਹੋ ਰਹੀਆਂ। ਕਿਤੇ ਸਖਤੀ ਵੱਧ ਜਾਂਦੀ ਹੈ, ਕਿਸੇ ਦਿਨ ਢਿੱਲ ਵੀ ਹੋ ਸਕਦੀ ਆ। ਸੋ ਇਟ ਡਿਪੈਂਡਸ ਅਪੋਨ ਦਾ ਪਰਸਨ, ਪਰ ਤੁਸੀਂ ਆਪਣਾ ਪੇਪਰ ਵਰਕ ਜਿਹੜਾ ਆ ਉਸ ਹਿਸਾਬ ਦੇ ਨਾਲ ਠੀਕ ਰੱਖੋ। ਜੇ ਥੋੜ੍ਹੇ ਸਮੇਂ ਦੇ ਲਈ ਜਾ ਕੇ ਸਰਦਾ ਆ ਥੋੜ੍ਹੇ ਸਮੇਂ ਲਈ ਜਾਓ, ਜੇ ਲੰਮੇ ਸਮੇਂ ਲਈ ਜਾਣਾ ਆ ਤੁਸੀਂ ਜਿੱਦਾਂ ਇਹਦੇ ਵਿੱਚ ਕਲੀਅਰਲੀ ਉਹਨਾਂ ਨੇ ਲਿਖਿਆ ਵੀ ਉੱਦਾਂ ਕਰੰਟ ਗ੍ਰੀਨ ਕਾਰਡ ਹੋਲਡਰ 'ਤੇ ਅਪਲਾਈ ਨਹੀਂ ਹੁੰਦਾ ਅਨਲੈਸ ਵੀ ਜੇ ਉਹ 6 ਮਹੀਨਿਆਂ ਬਾਅਦ ਰਿਟਰਨ ਕਰ ਰਹੇ ਆ US ਨੂੰ ਅਤੇ ਉਤੋਂ 6 ਮਹੀਨੇ ਵੱਧ ਜਿਹੜੇ ਆ ਕੰਟਰੀ ਤੋਂ ਬਾਹਰ ਲਾ ਕੇ ਆ ਰਹੇ ਆ ਤਾਂ ਵੀ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਅਪਲਾਈ ਜਿਹੜਾ ਕੀਤਾ ਜਾ ਸਕਦਾ ਆ। ਜਾਂ ਅਦਰ ਨੈਰੋ ਸਰਕਮਸਟਾਂਸਿਸ ਉਹ ਪੂਰੇ ਕਲੀਅਰ ਨਹੀਂ ਆ, ਉਹ ਬੇਸਿਕਲੀ ਜਿਹੜਾ ਬੰਦਾ ਮੂਹਰੇ ਬੈਠਾ ਆ ਉਸ ਨੇ ਜਿਹੜਾ ਉਸ ਚੀਜ਼ ਨੂੰ ਡਿਸਾਈਡ ਕਰਨਾ ਹੈਗਾ ਆ। ਸੋ ਪਲੀਜ਼ ਧਿਆਨ ਜਿਹੜਾ ਇਸ ਚੀਜ਼ ਨੂੰ ਰੱਖਿਓ। ਸੋ ਬਿਲਕੁਲ ਜਿਹੜੀ ਇਹ ਸੈਂਟਰ ਫਾਰ ਜਿਹੜੀ ਹੈਗੀ ਆ ਅਮਰੀਕਨ ਪ੍ਰੋਗਰੈਸ, ਇਹਨਾਂ ਨੇ ਜਿਹੜਾ ਕਨਕਲੂਜਨ ਆ ਉਹਦੇ ਵਿੱਚ ਇਹ ਦੱਸਿਆ ਆ ਵੀ 16% ਤੋਂ ਲੈ ਕੇ 61% ਤੱਕ ਇਸ ਟੈਸਟ ਦੇ ਵਿੱਚੋਂ ਜਿਹੜੇ ਲੀਗਲ ਇਮੀਗਰੈਂਟ ਆਣੇ ਉਹ ਫੇਲ ਹੋ ਸਕਦੇ ਆ। ਸੋ ਇਹਦਾ ਮਤਲਬ ਵੀ 100 ਦੇ ਵਿੱਚੋਂ 16 ਤੋਂ ਲੈ ਕੇ 61 ਤੱਕ ਲੋਕਾਂ ਨੂੰ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਦਾ ਜਿਹੜਾ ਹੈਗਾ ਗ੍ਰੀਨ ਕਾਰਡ ਉਹ ਡਿਨਾਈ ਕਰ ਸਕਦੇ ਹੈਗੇ ਆ। ਸੋ ਇਹ ਬਹੁਤ ਵੱਡੀ ਜਿਹੜੀ ਰੈਡੀਕਲ ਚੇਂਜ ਦੇ ਉੱਤੇ ਵਰਕਆਊਟ ਕਰ ਰਿਹਾ ਹੈ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਧਿਆਨ ਦੇ ਨਾਲ ਸਾਰੀਆਂ ਜਿਹੜੀਆਂ ਜੇ ਕਿਸੇ ਦਾ ਤੁਸੀਂ ਅਪਲਾਈ ਕੀਤਾ ਆ, ਅਪਲਾਈ ਕਰਨ ਜਾ ਰਹੇ ਆ ਜਾਂ ਆਲਰੇਡੀ ਇੱਥੇ ਹੈਗੇ ਆ, ਜਾਂ ਆਪਾਂ ਜਿੱਦਾਂ ਹਮੇਸ਼ਾ ਕਹਿੰਦੇ ਹੁੰਦੇ ਆ ਰਾਜਕਨਵੀਰ ਸਿੰਘ ਜੀ ਵੀ ਕਈ ਲੋਕ ਜਿਹੜੇ ਆ 20 ਸਾਲਾਂ ਤੋਂ ਰਹਿ ਰਹੇ ਆ ਉਹ ਗ੍ਰੀਨ ਕਾਰਡ 'ਤੇ ਹੀ ਆ ਵੀ ਨਹੀਂ ਜੀ ਅਸੀਂ ਸਿਟੀਜ਼ਨ ਨਹੀਂ ਬਣਨਾ, ਤੁਹਾਡੇ 'ਤੇ ਵੀ ਇਹ ਬਹੁਤ ਅਸਰ ਪੈਣਾ ਹੈਗਾ ਆ ਜਿਹੜੇ ਸਿਟੀਜ਼ਨ ਨਹੀਂ ਬਣੇ ਹੈਗੇ। ਸੋ ਸਿਟੀਜ਼ਨ ਬਣਨਾ ਚਾਹੀਦਾ, ਜਿਸ ਮੁਲਕ 'ਚ ਰਹਿਣਾ ਆ ਬਣੋ ਅਤੇ ਵੋਟ ਪਾਓ, ਅਤੇ ਤਾਂ ਕਿ ਫਿਰ ਜਿਹੜੀ ਤੁਹਾਡੀ ਜਿਹੜੀ ਆਵਾਜ਼ ਉਹ ਸੁਣੀ ਜਾਵੇ। ਅਤੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਚੇਂਜਸ ਆ ਰਹੀਆਂ। ਸਾਡਾ ਸਪੈਸ਼ਲ ਫੋਕਸ ਹਰ ਹਫ਼ਤੇ ਜ਼ਰੂਰ ਇਹਨਾਂ ਖਬਰਾਂ 'ਤੇ ਰਹੂਗਾ ਤਾਂ ਕਿ ਜਿੰਨੇ ਵੀ ਆਪਣੇ ਭੈਣ ਭਰਾ ਆ ਉਹਨਾਂ ਨੂੰ ਜਿਹੜੀਆਂ ਅਪਡੇਟਸ ਇਮੀਗ੍ਰੇਸ਼ਨ 'ਚ ਹੋ ਰਹੀਆਂ ਉਹਨਾਂ ਦਾ ਆਪਾਂ ਵਿਸਥਾਰ ਸਹਿਤ ਦੱਸਦੇ ਰਹੀਏ ਜੀ। ਮਿਲਦੇ ਹਾਂ ਹੁਣ ਬ੍ਰੇਕ ਤੋਂ ਬਾਅਦ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਦਸੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A V as in Victor AAL.com। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ।
ਓਹੋ ਜੀ ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 530-300-7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909-786-8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ, ਗ੍ਰੇਟ ਡੇਨ, ਵਾਬੈਸ਼ ਦੇ ਟ੍ਰੇਲਰਸ ਇਹ ਫਾਈਨੈਂਸਿੰਗ ਵੀ ਕਰਦੇ ਹਨ। ਨਵੇਂ ਪੁਰਾਣੇ ਟ੍ਰੇਲਰਸ ਲੈਣ ਦੇ ਲਈ ਕਾਲ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫ੍ਰੈਜ਼ਨੋ ਦੀ ਨਵੀਂ ਲੋਕੇਸ਼ਨ ਤੇ 909-786-8008 909-786-8008। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਕੁਛ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰੀਏ ਤੇ ਕਹਿੰਦੇ ਗੂਗਲ ਜਿਹੜੀ ਕੰਪਨੀ ਆ ਉਹਨਾਂ ਦਾ ਜਿਹੜਾ ਸਰਚ ਇੰਜਨ ਆ ਜਿਹੜਾ ਕਿ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਮਸ਼ਹੂਰ ਸਰਚ ਇੰਜਨ ਆ, ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਆ ਚਾਈਨਾ ਦੇ ਵਿੱਚ, ਪਰ ਉਹਨਾਂ ਦੀ ਦਾਲ ਜਿਹੜੀ ਉਹ ਗਲੀ ਨਹੀਂ ਸੀ। ਚਾਈਨਾ ਵਾਲੇ ਜਿਹੜੀ ਕਾਫੀ ਸੈਂਸਰਸ਼ਿਪ ਜਿਹੜੀ ਉਹ ਚਾਹੁੰਦੇ ਸੀ, ਉੱਥੇ ਰਿਪਰੈਸ਼ਨ ਜਿਹੜਾ ਟਾਈਨਮਨ ਸਕੇਅਰ ਹੋਰ ਜਿਹੜੀਆਂ ਕੋਈ ਅਜਿਹੀਆਂ ਚੀਜ਼ਾਂ ਲੋਕ ਨਾ ਦੇਖ ਸਕਣ ਉਹ ਜਿਹੜੀਆਂ ਉੱਥੇ ਦਿਖਣ ਨਹੀਂ ਸੀ ਦਿੰਦੇ ਅਤੇ ਗੂਗਲ ਵਾਲੇ ਪਹਿਲੋਂ ਮੰਨਦੇ ਨਹੀਂ ਸੀ ਵੀ ਨਹੀਂ ਇੱਦਾਂ ਅਸੀਂ ਜਿਹੜਾ ਉਹ ਨਹੀਂ ਕਰਾਂਗੇ। ਅਤੇ ਉਹਨਾਂ ਦਾ ਜਿਹੜਾ ਮਨ ਮੁਤਾਬ ਚਾਈਨਾ ਦੀ ਸਰਕਾਰ ਦੇ ਨਾਲ ਹੋਇਆ ਅਤੇ ਉਹਨਾਂ ਨੇ ਆਪਣੇ ਉੱਥੋਂ ਸਰਵਰ ਜਿਹੜੇ ਆ ਉਹ ਬੰਦ ਕਰ ਦਿੱਤੇ, ਇੱਕ ਹਿਸਾਬ ਦੇ ਨਾਲ ਉੱਥੋਂ ਚੁੱਕ ਲਏ। ਅਤੇ ਹੁਣ ਕਹਿੰਦੇ ਗੂਗਲ ਵਾਲੇ ਅੰਦਰ ਖਾਤੇ ਬੜਾ ਹੀ ਇੱਕ ਸੀਕਰੇਟਿਵ ਪ੍ਰੋਗਰਾਮ ਆ ਜਿਸ ਦਾ ਹੁਣੇ ਥੋੜ੍ਹੇ ਚਿਰ ਪਹਿਲਾਂ ਹੀ ਜਿਹੜਾ ਉਹ ਰੌਸ਼ਨੀ ਦੇ ਵਿੱਚ ਆਇਆ, ਉਸ ਦੇ ਬਾਰੇ ਪਤਾ ਲੱਗਾ। ਆਪਰੇਸ਼ਨ ਡਰੈਗਨ ਫਲਾਈ ਕਰਕੇ ਜਿਹੜਾ ਉਹਨਾਂ ਦਾ ਚੱਲ ਰਿਹਾ ਪ੍ਰੋਜੈਕਟ, ਜਿਸ ਦੇ ਵਿੱਚ ਉਹ ਚਾਈਨਾ ਦੀ ਸਰਕਾਰ ਦੇ ਨਾਲ ਮਿਲ ਕੇ ਆਪਣਾ ਜਿਹੜਾ ਗੂਗਲ ਦਾ ਜਿਹੜਾ ਸਰਚ ਇੰਜਨ ਆ ਮੁੜ ਉੱਥੇ ਦੁਬਾਰਾ ਲਾਂਚ ਕਰਨ ਦੀ ਜਿਹੜੀ ਗੱਲ ਕਰ ਰਹੇ ਆ ਵਿਦ ਸੈਂਸਰਸ਼ਿਪ। ਸੋ ਇਹ ਜਿਹੜੀਆਂ ਕੰਪਨੀਆਂ ਆ ਕਈ ਜਿਹੜੀਆਂ ਆ ਬਾਹਰੋਂ ਬਹੁਤ ਕੁਛ ਜਿਹੜੀਆਂ ਇੱਦਾਂ ਸ਼ੋਅ ਕਰਦੀਆਂ ਵੀ ਅਸੀਂ ਇੱਦਾਂ ਆ ਅਸੀਂ ਉੱਦਾਂ ਆ, ਅੰਦਰ ਖਾਤੇ ਆਪਣੇ ਮੁਨਾਫੇ ਦੇ ਲਈ ਕਿਸੇ ਨੂੰ ਵੀ ਕਦੋਂ ਵੀ ਜਿਹੜੀਆਂ ਆ ਉਹ ਵੇਚ ਦਿੰਦੀਆਂ ਨੇ, ਉਹ ਸਾਰਾ ਕੁਛ ਜਿਹੜਾ ਉਹ ਕਰ ਦਿੰਦੀਆਂ ਨੇ। ਸਭ ਨੂੰ ਯਾਦ ਹੋਊਗਾ ਇੱਕ ਪ੍ਰੋਜੈਕਟ ਮੇਵਨ, ਜੇ ਨਹੀਂ ਤਾਂ ਆਪਾਂ ਥੋੜ੍ਹਾ ਯਾਦ ਦਵਾ ਦਿੰਦੇ ਹਾਂ। ਉਹ ਅਮਰੀਕਾ ਦੀ ਡਿਫੈਂਸ ਦੇ ਨਾਲ ਮਿਲ ਕੇ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਸੀ ਜਿਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਨਾਲ ਜਿਹੜੀ ਬੇਸਿਕਲੀ ਫੇਸ਼ੀਅਲ ਰੈਕੋਗਨਾਈਜੇਸ਼ਨ ਅਤੇ ਹੋਰ ਕਈ ਚੀਜ਼ਾਂ ਦੀ ਜਿਹੜੀ ਜਾਣਕਾਰੀ ਆ ਉਹ ਲੋਕਾਂ ਦੀ ਉਹਨਾਂ ਨੇ ਪ੍ਰੋਜੈਕਟ ਜਿਹੜੇ ਡਿਫੈਂਸ ਵਾਲਿਆਂ ਨੂੰ ਜਿਹੜੀ ਉਹ ਦੇਣੀ ਸੀ। ਉਦੋਂ ਜਦੋਂ ਅੰਦਰ ਖਾਤੇ ਕੁਛ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਉਦੋਂ ਪਤਾ ਲੱਗਾ ਤਾਂ ਉਹਨਾਂ ਨੇ ਉੱਥੇ ਨਾਲ ਦੇ ਨਾਲ ਹੀ ਜਿਹੜਾ ਆ ਉਸ 'ਤੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਇਹ ਜਿਹੜਾ ਪ੍ਰੋਜੈਕਟ ਆ ਉਹ ਛੱਡਣਾ ਪਿਆ। ਸੋ ਹੁਣ ਆਪਰੇਸ਼ਨ ਡਰੈਗਨ ਫਲਾਈ ਨੂੰ ਲੈ ਕੇ ਵੀ ਇੱਦਾਂ ਹੀ ਗੂਗਲ ਦੇ ਅੰਦਰ ਹੀ ਜਿਹੜੇ ਕਈ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਆ ਉਹ ਵਿਰੋਧ ਕਰ ਰਹੇ ਆ ਵੀ ਆਹ ਤਾਂ ਸ਼ਰੇਆਮ ਜਿਹੜਾ ਤੁਸੀਂ ਧੱਕਾ ਇੱਕ ਹਿਸਾਬ ਦੇ ਨਾਲ ਕਰ ਰਹੇ ਹੋ ਵੀ ਉਹ ਤੁਸੀਂ ਕਹਿੰਦੇ ਵੀ ਅਸੀਂ ਫਰੀ ਆ ਓਪਨ ਆ, ਅਸੀਂ ਇੱਦਾਂ ਦੀ ਕੋਈ ਸੈਂਸਰਸ਼ਿਪ ਕਰਦੇ ਨਹੀਂ ਆ, ਪਰ ਤੁਸੀਂ ਹੁਣ ਚਾਈਨਾ ਦੇ ਨਾਲ ਮਿਲ ਕੇ ਸੈਂਸਰਸ਼ਿਪ ਕਰਨ ਦੇ ਲਈ ਤਿਆਰ ਹੀ ਤੁਸੀਂ ਵਿੱਢ ਰਹੇ ਹੋ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਰਿਜ਼ਾਈਨ ਕੀਤਾ ਸੀਗਾ ਅਤੇ ਉਦੋਂ ਉਹਨਾਂ ਨੂੰ ਫਿਰ ਪ੍ਰੋਜੈਕਟ ਸਕ੍ਰੈਪ ਕਰਨਾ ਪਿਆ ਸੀ ਅਤੇ ਹੁਣ ਵੀ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਗੂਗਲ ਦੇ ਉੱਤੇ ਇਸ ਟਾਈਮ ਪੈ ਰਿਹਾ ਆ ਵੀ ਉਹ ਇੱਦਾਂ ਦਾ ਕੰਮ ਚਾਈਨਾ ਦੀ ਸਰਕਾਰ ਦੇ ਨਾਲ ਮਿਲ ਕੇ ਨਾ ਕਰਨ। ਸੋ ਬਿਲਕੁਲ ਪਬਲਿਕਲੀ ਉਹਨਾਂ ਨੇ ਜਿਹੜਾ ਆ ਅੱਜ ਸਵੇਰੇ ਗੂਗਲ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਨੇ ਆਪਣੇ ਜਿਹੜੇ CEO ਹੈਗੇ ਆ ਉਹਨਾਂ ਨੂੰ ਕਿਹਾ ਆ ਭਈ ਇਹ ਕੰਮ ਜਿਹੜਾ ਆ ਨਾ ਕਰੋ, ਜਿਹੜਾ ਆ ਇਹਨੂੰ ਟੋਟਲੀ ਨਕਾਰੋ, ਕਿਉਂਕਿ ਜੇ ਤੁਸੀਂ ਇੱਦਾਂ ਦੀ ਫਿਰ ਉੱਥੇ ਜਿਹੜੀਆਂ ਰਿਸਟ੍ਰਿਕਸ਼ਨਸ ਲਾਣੇ ਚਾਈਨਾ ਫਿਰ ਵੱਖ-ਵੱਖ ਮੁਲਕ ਵੀ ਇੱਦਾਂ ਜਿਹੜਾ ਇੰਡੀਆ ਹੋ ਗਿਆ ਹੋਰ ਹੋ ਗਿਆ ਉਹਨੂੰ ਵੀ ਅਮਰੀਕਾ ਦੇ ਵਿੱਚ ਵੀ ਕਰਨਗੇ ਜੀ। ਜਿਹੜੇ ਵੀ ਕੋਈ ਸਰਕਾਰ ਦੀ ਚੱਲੂਗੀ ਉਹ ਤਾਂ ਫਿਰ ਚਲਾਉਣਗੇ ਵੀ ਜੇ ਇੱਕ ਜਗ੍ਹਾ 'ਤੇ ਤੁਸੀਂ ਮੰਨੋਗੇ ਤੇ ਬਾਕੀ ਜਗ੍ਹਾ ਦੇ ਉੱਤੇ, ਕਿਉਂਕਿ ਫਿਰ ਉਹਨਾਂ ਨੂੰ ਦਿਸਦਾ ਵੀ ਇਹਦੇ ਪੈਸੇ ਦੇ ਪੁੱਤ ਨੇ, ਇਹ ਜੋ ਇਹਨਾਂ ਨੂੰ ਕਹੋਗੇ ਉਹਦੇ ਡਾਲਰਾਂ ਦੇ ਲਈ ਤੇ ਫਿਰ ਉਸੇ ਤਰੀਕੇ ਦੇ ਨਾਲ ਕੰਮ ਉਹ ਚਲਾਉਣਗੇ। ਸੋ ਇਹ ਅਤੇ ਬੇ ਏਰੀਏ ਤੋਂ ਹੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਅਗਲੀ ਇੱਕ ਹੋਰ ਖਬਰ ਕਰਦੇ ਹਾਂ। ਇਹ ਆਪਾਂ ਜਿਹੜੀ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰ ਹੀ ਰਹੇ ਸੀ, ਉਹਦਾਂ ਦੇ ਨਾਲ ਹੀ ਮਿਲਦੀ ਜੁਲਦੀ ਖਬਰ ਆ। ਆਪਾਂ ਪਬਲਿਕ ਚਾਰਜ ਨੂੰ ਲੈ ਕੇ ਕਾਫੀ ਕੁਛ ਦੱਸ ਰਹੇ ਸੀ। ਕਹਿੰਦੇ ਬੇ ਏਰੀਏ ਦੇ ਵਿੱਚ ਬਹੁਤ ਜਿਹੜਾ ਆ ਉਹ ਕਟੌਤੀ ਦੇਖੀ ਗਈ ਆ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਵਿੱਚ, ਉਹ ਬੇ ਏਰੀਏ ਦੀ ਇਮੀਗ੍ਰੈਂਟ ਫੈਮਿਲੀਜ਼ ਦੇ ਵਿੱਚ ਜਿਹੜੀਆਂ ਪਬਲਿਕ ਬੈਨੀਫਿਟਸ ਪਹਿਲੋਂ ਲੈਂਦੀਆਂ ਸੀਗੀਆਂ। ਜਦੋਂ ਤੋਂ ਜਿਹੜਾ ਟਰੰਪ ਪ੍ਰਸ਼ਾਸਨ ਦੇ ਦੁਆਰਾ ਇਸ ਨੂੰ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਆ ਇਨਫੋਰਸ ਕੀਤਾ ਜਾ ਰਿਹਾ ਆ, ਉੱਧਰ ਜਿਹੜੀਆਂ ਆ ਪਬਲਿਕ ਬੈਨੀਫਿਟਸ ਵਾਲੀਆਂ ਜਿਹੜੀਆਂ ਫੈਮਿਲੀਜ਼ ਆ ਉਹਨਾਂ ਦੇ ਵਿੱਚ ਕਟੌਤੀ ਦੇਖੀ ਜਾ ਰਹੀ ਹੈਗੀ ਆ। ਸੋ ਬਿਲਕੁਲ ਆਪਾਂ ਦੇਖਦੇ ਆਪਣੀ ਕਮਿਊਨਿਟੀ 'ਚ ਵੀ ਕਾਫੀ ਜਿਹੜੀ ਬਿਮਾਰੀ ਫੈਲੀ ਹੋਈ ਆ। ਆਪਾਂ ਕਈ ਵਾਰ ਦੇਖਦੇ ਹਾਂ ਪੰਜਾਬੀਆਂ ਨੇ ਵੀ ਹੁਣ ਇਹ EBT ਕਾਰਡ ਵਗੈਰਾ ਯੂਜ਼ ਕਰਨੇ ਸ਼ੁਰੂ ਕੀਤੇ ਆ, ਕਈ ਸਟੋਰਾਂ 'ਤੇ ਵੀ ਆਪਾਂ ਦੇਖ ਸਕਦੇ ਹਾਂ। ਸੋ ਬਹੁਤ ਸਾਰੇ ਜਿਹੜੇ ਸਪੋਂਸਰ ਕਰਦੇ ਹੈਗੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਉਹ ਭੁੱਲ ਜਾਂਦੇ ਆ ਜਦੋਂ ਤੱਕ ਜਿਹੜਾ ਸਪੋਂਸਰਡ ਬੰਦਾ USA ਦੇ ਵਿੱਚ ਸਿਟੀਜ਼ਨ ਨਹੀਂ ਬਣਦਾ ਉਦੋਂ ਤੱਕ ਤੁਸੀਂ ਰਿਸਪੋਂਸੀਬਲ ਆ ਉਹਦੇ ਫੂਡ ਲੌਜਿੰਗ ਸਾਰਾ ਕੁਛ ਲਈ। ਉਹ ਕਿਸੇ ਤਰ੍ਹਾਂ ਦਾ ਕੋਈ ਗਵਰਨਮੈਂਟ ਤੋਂ ਬੈਨੀਫਿਟ ਨਹੀਂ ਲੈ ਸਕਦਾ। ਉਹ ਗੱਲ ਠੀਕ ਆ ਵੀ ਉਹਨੂੰ ਲਾਗੂ ਨਹੀਂ ਕਰਦੇ ਸੀ, ਰੂਲ ਆਲਰੇਡੀ ਇਹ ਹੈਗਾ ਆ, ਨਵਾਂ ਰੂਲ ਨਹੀਂ ਹੈ ਕੋਈ ਹੈਗਾ। ਸੋ ਇਹ ਟਰੰਪ ਐਡਮਿਨਿਸਟ੍ਰੇਸ਼ਨ ਇਹਦੇ 'ਤੇ ਲਾਗੂ ਕਰਨ ਜਾ ਰਿਹਾ। ਇਸ ਕਰਕੇ ਬਹੁਤ ਸਾਰੇ ਜਿਹੜੇ ਵਕੀਲ ਆ ਤੁਸੀਂ ਦੇਖੇ ਹੋਣੇ ਆ, ਉਹ ਕਹਿ ਰਹੇ ਆ ਵੀ ਤੁਸੀਂ ਇੱਦਾਂ ਦੇ ਕੰਮ ਨਾ ਕਰੋ, ਜੇ ਕਰਦੇ ਉਹਨੂੰ ਇਮੀਡੀਏਟਲੀ ਬੰਦ ਕਰੋ, ਨਹੀਂ ਤਾਂ ਹੋ ਸਕਦਾ ਤੁਹਾਡਾ ਗ੍ਰੀਨ ਕਾਰਡ ਜਿਹੜਾ ਉਹ ਵੀ ਨਾ ਰੀਨਿਊ ਹੋਵੇ, ਰਾਈਟ।
ਇੱਦਾਂ ਦੀਆਂ ਵੀ ਜਿਹੜੀਆਂ ਖਬਰਾਂ ਪਿੱਛੇ ਆਈਆਂ ਸੀਗੀਆਂ। ਸੋ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਬਹੁਤ ਜ਼ਿਆਦਾ ਆ। ਇੱਕ ਆਈਸ ਵੱਲੋਂ ਜਿਹੜੀ ਖਬਰ ਆ ਰਹੀ ਆ, ਆਈਸ ਦੇ ਕੋਲ ਇੱਕ ਜਿਹੜਾ ਰਸ਼ੀਅਨ ਨੈਸ਼ਨਲ ਸੀਗਾ ਮਰਗਨ ਸਾਨਾ ਅਮਰ, 40 ਸਾਲਾਂ ਦਾ, ਉਹ ਹੰਗਰ ਸਟ੍ਰਾਈਕ 'ਤੇ ਸੀ ਸਿਆਟਲ ਦੇ ਵਿੱਚ, ਅਤੇ ਉਹਦੀ ਜਿਹੜੀ ਮੌਤ ਹੋ ਗਈ ਆ। ਅਤੇ ਦੂਸਰਾ ਇੱਕ ਟਰਾਂਸਜੈਂਡਰ ਵੂਮਨ ਜਿਹੜੀ ਸੀਗੀ ਉਹ ਆਈਸ ਦੀ ਕਸਟਡੀ ਦੇ ਵਿੱਚ ਉਹਨੂੰ ਜਿਹੜਾ ਕੁੱਟਿਆ ਮਾਰਿਆ ਗਿਆ ਅਤੇ ਉਹਦੀ ਮੌਤ ਹੋ ਗਈ। ਅਤੇ ਜਦੋਂ ਹੁਣ ਉਹਦੀ ਆਟੋਪਸੀ ਕੀਤੀ ਗਈ, ਪਤਾ ਚੱਲਿਆ ਵੀ ਆਈਸ ਵਾਲਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਆ ਉਹਦੀ ਕੁੱਟਮਾਰ ਹੋਈ ਆ। ਸੋ ਬਹੁਤ ਇੱਦਾਂ ਦੀਆਂ ਜਿਹੜੀਆਂ ਬੁਰੀਆਂ ਖਬਰਾਂ ਜਿਹੜੀਆਂ ਆ, ਉਹ ਚਾਹੇ ਉਹ ਲੀਗਲ ਇਮੀਗਰੈਂਟ ਆ, ਚਾਹੇ ਉਹ ਅਨਡਾਕੂਮੈਂਟਡ ਆ, ਉਹਨਾਂ ਦੇ ਸੰਬੰਧ ਦੇ ਵਿੱਚ ਆ ਰਹੀਆਂ ਹੈਗੀਆਂ। ਜੀ ਜੀ। ਉੱਧਰ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਯੂਕਰੇਨ ਦੇ ਜਿਹੜੇ 3 ਬੇੜੇ ਰਸ਼ੀਆ ਵਾਲਿਆਂ ਨੇ ਕ੍ਰੀਮੀਆ ਦੇ ਲਾਗੇ ਇਸ ਟਾਈਮ ਸੀਜ਼ ਕਰਕੇ ਰੱਖੇ ਹੋਏ ਆ। ਯੂਕਰੇਨ ਕਹਿੰਦਾ ਵੀ ਸਾਡੇ ਜਿਹੜੇ ਜਸੂਸ ਆ ਉਸ ਸ਼ਿਪਸ ਦੇ ਵਿੱਚ ਹੈਗੇ ਆ, ਜਿਹੜੇ ਰਸ਼ੀਆ ਨੇ ਇਸ ਟਾਈਮ ਆਪਣੇ ਕੋਲ ਜਿਹੜੇ ਰੱਖ ਲਏ ਹੋਏ ਆ, ਸੀਜ਼ ਕਰ ਲਏ ਨੇ। ਸੋ ਕਾਫੀ ਉੱਥੇ ਇਸ ਟਾਈਮ ਰੌਲਾ ਰੱਪਾ ਜਿਹੜਾ ਆ ਉਹ ਪੂਰਾ ਪੈ ਰਿਹਾ ਆ। ਰਸ਼ੀਆ ਵਾਲਿਆਂ ਨੂੰ ਸਾਰੇ ਜਾਣੇ ਜਿਹੜੇ ਜ਼ੋਰ ਲਾ ਕੇ ਕਹਿ ਰਹੇ ਆ ਵੀ ਭਾਈ ਇਸ ਨੂੰ ਜਿਹੜਾ ਛੱਡੋ, ਜਦ ਕਿ ਰਸ਼ੀਆ ਇਹ ਦਾਅਵਾ ਕਰਦਾ ਹੈ ਵੀ ਇਹਨਾਂ ਨੇ ਜਿਹੜੇ ਅੰਤਰਰਾਸ਼ਟਰੀ ਜਿਹੜੇ ਪਾਣੀਆਂ ਦੀ ਸੰਧੀ ਨੂੰ ਉਲੰਘਣਾ ਕੀਤੀ ਆ, ਇਸ ਕਰਕੇ ਅਸੀਂ ਇਹਨਾਂ ਨੂੰ ਇੱਥੇ ਦੱਬ ਕੇ ਜਿਹੜੇ ਹਿਸਾਬ ਦੇ ਨਾਲ ਬੈਠੇ ਹੋਏ ਆ, ਰੋਕ ਕੇ ਬੈਠੇ ਹੋਏ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਆ ਉਹ ਕੀ ਬਣੂਗਾ। ਕਈ ਚਿਰ ਜਿਹੜਾ ਆ ਉਹ ਕਾਫੀ ਲੋਕ ਜਿਹੜੇ ਇਹਨਾਂ ਸ਼ਿਪਸ ਦੇ ਵਿੱਚ ਜਿਹੜੇ ਐਜ਼ ਏ ਉੱਥੇ ਕਰੂ ਮੈਂਬਰਸ ਕੰਮ ਕਰਦੇ ਸੀ, ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਯੂਕਰੇਨ ਦੇ ਪੈਟਰੋ ਪੋਰੋਸ਼ੈਂਕੋ, ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਸਾਡੇ ਯੂਕਰੇਨ ਦੇ ਕਈ ਜਸੂਸ ਵੀ ਹੈਗੇ ਨੇ। ਕ੍ਰੀਮੀਆ ਨੂੰ 2014 ਦੇ ਵਿੱਚ ਰਸ਼ੀਆ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਅਨੈਕਸ ਜਿਹੜਾ ਆ ਯੂਕਰੇਨ ਤੋਂ ਅਲੱਗ ਜਿਹੜਾ ਆ ਉਹ ਕਰਵਾ ਦਿੱਤਾ ਸੀਗਾ। ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਜਿਹੜੇ ਪੌਲ ਮੈਨਾਫੋਰਟ ਆ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੱਕ ਤਰ੍ਹਾਂ ਨਾਲ ਕੈਂਪੇਨ ਚੇਅਰਮੈਨ ਵੀ ਸੀਗੇ, ਉਹ ਕਹਿੰਦੇ ਪਈ 2013, 2015 ਅਤੇ 2016 ਦੇ ਵਿੱਚ ਜੂਲੀਅਨ ਅਸਾਂਜੇ ਨੂੰ ਇਕਵਾਡੋਰ ਦੀ ਜਿਹੜੀ ਅੰਬੈਸੀ ਆ ਉਹਦੇ ਵਿੱਚ ਮਿਲੇ ਸੀ, ਜੋ ਵਿਕੀਲੀਕਸ ਦੇ ਫਾਊਂਡਰ ਹੈਗੇ ਆ। ਉਸ ਟਾਈਮ 'ਤੇ ਵੀ ਮਿਲੇ ਸੀ ਜਿਸ ਟਾਈਮ 'ਤੇ ਡੈਮੋਕ੍ਰੇਟਿਕ ਪਾਰਟੀ ਦੀਆਂ ਜਿਹੜੀਆਂ ਈਮੇਲਸ ਰਿਲੀਜ਼ ਕੀਤੀਆਂ ਗਈਆਂ ਸੀ। ਇਹ ਜਿਹੜੀ ਹੁਣ ਰਿਪੋਰਟ ਹੈਗੀ ਆ, ਉੱਥੇ ਦਾ ਜਿਹੜਾ ਗਾਰਡੀਅਨ ਨਿਊਜ਼ ਪੇਪਰ ਆ, ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਛਾਪੀ ਹੈਗੀ ਆ। ਜੀ ਬਿਲਕੁਲ। ਅਤੇ ਉੱਦਾਂ ਹੁਣ ਉਸ ਦੇ ਬਾਬਤ ਇਹ ਜਿਹੜੀ ਖਬਰ ਇਹ ਵੀ ਆ ਰਹੀ ਹੈ, ਜਿਹੜੇ ਰੋਬਰਟ ਮਿਊਲਰ ਆ ਉਹ ਹੁਣ ਇਹ ਕਹਿ ਰਹੇ ਆ ਵੀ ਪਲੀ ਡੀਲ ਹੋਣ ਦੇ ਨਾਲ ਵੀ ਜਿਹੜਾ ਸਮਝੌਤਾ ਉਹਨਾਂ ਦੇ ਨਾਲ ਪੌਲ ਮੈਨਾਫੋਰਟ ਦੇ ਨਾਲ ਹੋਇਆ ਸੀਗਾ ਵੀ ਤੇਰੀ ਸਜ਼ਾ ਥੋੜ੍ਹੀ ਅਸੀਂ ਘਟਾਵਾਂਗੇ, ਅਤੇ ਪਰ ਤੂੰ ਸਾਨੂੰ ਸਾਰਾ ਕੁਝ ਦੱਸੀ, ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਮਿਊਲਰ ਹੁਣਾਂ ਨੇ ਇਹ ਕਿਹਾ ਆ ਵੀ ਪੌਲ ਮੈਨਾਫੋਰਟ ਉਸ ਤੋਂ ਪਲੀ ਡੀਲ ਹੋਣ ਦੇ ਬਾਵਜੂਦ ਵੀ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਝੂਠ ਉਹ ਬੋਲਦਾ ਰਿਹਾ ਆ। ਸੋ ਹੁਣ ਇਹ ਦਾਵਾ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਸੋ ਇਹ ਨਹੀਂ ਪਤਾ ਵੀ ਉਹਨੇ ਕਿੱਦਾਂ ਜਿਹੜਾ ਆ ਇਹਨਾਂ ਨੂੰ ਚਾਰਿਆ, ਕਿਉਂਕਿ ਜੇ ਇਹ ਬੰਦੇ ਜਿਹੜੇ ਸ਼ੁਰੂ ਤੋਂ ਹੀ ਸ਼ੈਤਾਨ ਹੁੰਦੇ ਆ, ਉਹ ਅਜਿਹੀਆਂ ਜਿਹੜੀਆਂ ਸ਼ੈਤਾਨੀਆਂ ਚਲਾਕੀਆਂ ਜਿਹੜੀਆਂ ਅਕਸਰ ਕਰਦੇ ਰਹਿੰਦੇ ਨੇ। ਸੋ ਲੈਟਸ ਸੀ ਜਿਹੜਾ ਉਸ ਮਾਮਲੇ ਵਿੱਚ ਵੀ ਕੀ ਬਣੂਗਾ। ਪਰ ਜਿਹੜੇ ਰੋਬਰਟ ਮਿਊਲਰ ਆ ਉਹ ਹੌਲੀ ਹੌਲੀ ਸਹਿਜੇ ਆਪਣੀ ਜਾਂਚ ਨੂੰ ਜਿਹੜੀ ਆ ਉਹ ਅੱਗੇ ਵਧਾਈ ਜਾ ਰਹੇ ਆ। ਕਈ ਲੋਕਾਂ ਨੂੰ ਉਹ ਚਾਰਜ ਕਰ ਚੁੱਕੇ ਨੇ, ਕਈਆਂ ਨੂੰ ਇਸ ਦੇ ਵਿੱਚ ਜਿਹੜੀਆਂ ਸਜ਼ਾਵਾਂ ਆ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਦਵਾ ਚੁੱਕੇ ਨੇ। ਸਾਡਾ ਸਮਾਂ ਬਿਲਕੁਲ ਸਮਾਪਤ ਹੋਣ ਵਾਲਾ, ਅਤੇ ਜਾਂਦੇ ਜਾਂਦੇ ਆਪਾਂ ਐਲ ਚੈਪੋ ਦੀ ਗੱਲ ਕਰਦੇ ਜਾਈਏ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਕਹਿ ਸਕਦੇ ਆ, ਜਿਹੜਾ ਉੱਥੋਂ ਫੜ ਕੇ ਲਿਆਏ ਸੀ ਮੈਕਸੀਕੋ ਤੋਂ USA ਦੇ ਵਿੱਚ, ਡਰੱਗ ਵਾਰਲੌਰਡ ਜਿਹੜਾ ਹੈਗਾ। ਅਤੇ ਕਹਿੰਦੇ ਵੀ ਉਹ ਸੀਕਰੇਟਲੀ ਜਿਹੜਾ ਆ ਆਪਣੀ ਵਾਈਫ ਦੇ ਨਾਲ ਕੰਟੈਕਟ ਕਰ ਰਿਹਾ ਹੈਗਾ। ਦੇਖੋ, ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਕਿੰਨੀ ਜਿਹੜੀ ਸਟ੍ਰਿਕਟਨੈਸ ਚੱਲ ਰਹੀ ਹੈਗੀ ਬਾਰਡਰ 'ਤੇ ਇਮੀਗ੍ਰੈਂਟਸ ਦੇ ਉਲਟ, ਪਰ US ਦੀ ਜੇਲ੍ਹ ਦੇ ਵਿੱਚ ਰਹਿ ਕੇ ਹੀ ਇਹ ਜਿਹੜਾ ਆ ਦੁਨੀਆ ਦਾ ਆਪਾਂ ਕਹਿ ਸਕਦੇ ਸਭ ਤੋਂ ਵੱਡਾ ਜਿਹੜਾ ਡਰੱਗ ਵਾਰਲੌਰਡ ਸੀ ਹੈਗਾ ਆ ਜਿਹੜਾ, ਅਤੇ ਉਹ ਆਪਣੀ ਵਾਈਫ ਜਿਹੜੀ ਆ ਐਮਾ ਕੋਰਨਲ, ਉਹਦੇ ਨਾਲ ਸੀਕਰੇਟਲੀ ਕਹਿੰਦੇ ਪਈ ਕੰਟੈਕਟ ਕਰ ਰਿਹਾ ਹੈਗਾ। ਹੋ ਸਕਦਾ ਕਿਸੇ ਲੋਕਾਂ ਦੇ ਨਾਲ। ਇਹ ਜਿਹੜੀ ਕੋਰਟ ਦੇ ਵਿੱਚ ਜਿਹੜੀ ਆ ਪ੍ਰੋਸੀਕਿਊਟਰਸ ਉਹਨਾਂ ਨੇ ਇਹ ਜੱਜ ਨੂੰ ਗੱਲ ਕਹੀ ਆ। ਬਿਲਕੁਲ। ਰੀਸੈਂਟਲੀ ਜਿਹੜਾ ਉਸਦਾ ਟਰਾਇਲ ਜਿਹੜਾ ਉਹ ਸ਼ੁਰੂ ਹੋਇਆ ਆ, ਕਿਉਂਕਿ ਇਸ ਨੂੰ ਅਮਰੀਕਾ ਨੇ ਜਿਹੜਾ ਆ ਉਹ ਮੈਕਸੀਕੋ ਤੋਂ ਲੈ ਆਂਦਾ ਸੀਗਾ ਐਕਸਟਰਾਡਾਈਟ ਜਿਹੜਾ ਉਹ ਕਰਕੇ, ਅਤੇ ਇਸ ਦੇ ਉੱਤੇ ਜਿਹੜੇ ਕਈ ਜਿਹੜੇ ਘਿਨਾਉਣੇ ਦੋਸ਼ਾਂ ਦੇ ਅਧੀਨ ਜਿਹੜਾ ਸੁਣਵਾਈ ਜਿਹੜੀ ਇਸ ਟਾਈਮ ਚੱਲ ਰਹੀ ਆ। ਮੈਕਸੀਕੋ ਦੇ ਵਿੱਚ ਇਹ 2 ਵਾਰੀ ਫੜਿਆ ਗਿਆ ਸੀਗਾ, ਪਰ ਕਹਿੰਦੇ ਇਸ ਨੇ ਤਾਂ ਇੱਕ ਬੜੇ ਕ੍ਰਿਸ਼ਮਿਆਂ ਦੇ ਨਾਲ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਰਿਹਾ ਸੀ। ਇੱਕ ਬੜੀ ਉਹਨਾਂ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਥੱਲੇ ਸੁਰੰਗ ਜਿਹੜੀ ਲਾ ਕੇ
ਤੇ ਉਹ ਸਾਰਾ ਕੁਛ ਕੀਤਾ। ਕਹਿੰਦੇ ਵੀ ਕਈ ਵਾਰੀ ਤਾਂ ਸਰਕਾਰ ਕੋਈ ਇੰਨੇ ਪੈਸੇ ਨਹੀਂ ਹੁੰਦੇ ਜਿੱਦਾਂ ਦੀ ਉਹਨੇ ਉਦੋਂ ਸੁਰੰਗ ਸਿਰਫ ਜੇਲ੍ਹ 'ਚੋਂ ਤੋੜ ਕੇ ਜਿਹੜੀ ਆ ਭੱਜਣ ਦੇ ਲਈ ਜਿਹੜੀ ਉਹਨੇ ਬਣਾਈ ਸੀਗੀ। ਸੋ ਲੈਟਸ ਸੀ ਜਿਹੜਾ ਆ ਇਸ ਦੇ ਵਿੱਚ ਇੱਥੇ ਹੁਣ ਕੀ ਬਣਦਾ ਆ ਇਸ ਨੂੰ ਇਸ ਦੀ, ਕਿਉਂਕਿ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਭ ਤੋਂ ਵੱਡਾ ਰੌਲਾ ਇਹ ਬਣ ਰਿਹਾ ਸੀਗਾ ਵੀ ਟਰਾਇਲ ਦੇ ਵਿੱਚ ਜਿਹੜੀ ਜਿਊਰੀ ਆ ਉਹ ਕੌਣ ਹੋਵੇਗਾ। ਪ੍ਰੈਸ਼ਰ ਬਹੁਤ ਜ਼ਿਆਦਾ ਸੀ ਲੋਕਾਂ ਦੇ ਉੱਤੇ ਵੀ ਕੌਣ ਕੌਣ ਉੱਥੇ ਜਾਊਗਾ, ਕਿਉਂਕਿ ਜੇ ਮਾੜਾ ਮੋਟਾ ਵੀ ਕਿਸੇ ਦੀ ਵੀ ਭਣਪ ਪੈ ਜਾਂਦੀ ਆ ਵੀ ਆਹ ਬੰਦੇ ਜਿਹੜੇ ਇਹਨਾਂ ਦੇ ਜਿਊਰੀ ਦੇ ਵਿੱਚ ਹੈਗੇ ਆ ਤਾਂ ਇਹ ਤਾਂ ਬੰਦੇ ਪਹਿਲਾਂ ਹੀ ਬੰਦਾ ਮਾਰਨ ਲੱਗਿਆ ਸੋਚਦੇ ਨਹੀਂ ਆ ਕੁਛ ਵੀ, ਤਾਂ ਉਹਨਾਂ ਲੋਕਾਂ ਨੂੰ ਭਰਮਾਉਣ ਦੇ ਲਈ ਜਾਂ ਉਸ ਦੇ ਵਿੱਚ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਵਾਉਣ ਦੇ ਲਈ ਉਹ ਕੁਛ ਵੀ ਜਿਹੜਾ ਆ ਉਹਨਾਂ ਦੇ ਪਰਿਵਾਰਾਂ ਉੱਤੇ ਕਹਿਰ ਜਿਹੜਾ ਆ ਉਹ ਢਾ ਸਕਦੇ ਸੀਗੇ। ਸੋ ਇਹ ਵੀ ਇੱਕ ਬਹੁਤ ਵੱਡਾ ਇਸ ਟਾਈਮ ਅਮਰੀਕਾ ਦੇ ਵਿੱਚ ਚੱਲਦਾ ਰਿਹਾ ਆ, ਇਹਦਾ ਜਿਹੜੀ ਕੇਸ ਤਾਂ ਚੱਲ ਰਿਹਾ ਆ, ਪਰ ਇਹ ਵੀ ਇੱਕ ਜਾਣ ਦਾ ਜੋਖਮ ਜਿਹੜਾ ਆ ਉਹਨਾਂ ਜਿਊਰੀ ਦੇ ਲੋਕਾਂ ਦੇ ਲਈ ਬਣਿਆ ਪਿਆ ਹੋਇਆ ਆ ਜੀ। ਤੇ ਹਰਜੋਤ ਸਿੰਘ ਜੀ ਹੁਣ ਸਮਾਂ ਸਮਾਪਤ ਹੈ, ਮਿਲਾਂਗੇ ਅਗਲੀ ਵਾਰ। ਸਾਰੇ ਸਰੋਤਿਆਂ ਨੂੰ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ।